ਜਿਹੜੀਆਂ ਗੱਲਾਂ ਸੁਨੀਲ ਜਾਖੜ ਹੋਰਾਂ ਨੇ ਆਖੀਆਂ ਸੀਗੀਆਂ ਉਹ ਕਾਫੀ ਹੱਦ ਤੱਕ ਸਹੀ ਸੀਗੀਆਂ। ਇਹ ਚਿੰਤਨ ਸ਼ਿਵਰ ਨਹੀਂ, ਚਿੰਤਾ ਸ਼ਿਵਰ ਦੇ ਰੂਪ ਦੇ ਵਿੱਚ ਹੋਣਾ ਚਾਹੀਦਾ। ਕਾਂਗਰਸ ਸਿਮਟਦੀ ਦੋ ਰਾਜਾਂ ਤੱਕ ਰਹਿ ਗਈ ਆ। ਇਹ ਨਹੀਂ ਪਤਾ ਵੀ ਜਿੰਨਾਂ ਰਾਜਾਂ 'ਚ ਹੈਗੀ ਆ ਉੱਥੇ ਅੱਗੋਂ ਜਿੱਤ ਸਕੂਗੀ ਜਾਂ ਨਹੀਂ। ਜੇ ਹਾਲਾਤ ਇਹੋ ਜਿਹੇ ਬਣੇ ਹੋਏ ਆ, ਇਸੇ ਤਰ੍ਹਾਂ ਦੇ ਰਹੇ ਤੇ ਫਿਰ ਹੋ ਸਕਦਾ ਉੱਥੋਂ ਵੀ ਗਾਇਬ ਹੋ ਜੇ। ਜਿਹੜਾ ਜ਼ਿਕਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉੱਥੇ ਕੀਤਾ ਸੀਗਾ 75-25 ਵਾਲਾ, ਉਹ ਇਹੀ ਤਾਂ ਜ਼ਿਕਰ ਸੀਗਾ ਕਿ 75-25 ਹੋ ਗਿਆ ਹੋਇਆ ਵੀ ਅੰਦਰ ਖਾਤੇ ਸਮਝੌਤਾ ਹੋਇਆ ਕਿਤੇ ਨਾ ਕਿਤੇ। 75 ਕੌਣ ਸੀ, 25 ਕੌਣ ਸੀ, ਚਲੋ ਇਹ ਤਾਂ ਜਾਂ ਤਾਂ ਕਾਂਗਰਸੀ ਜਾਣਨ ਜਾਂ ਅਕਾਲੀ ਦਲ ਬਾਦਲ ਵਾਲੇ ਜਾਣਨ। ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਾ ਤਾਂ ਇੱਕਦਮ ਜਿਹੜਾ ਸੀ ਉਹ ਨੈਸ਼ਨਲ ਮੀਡੀਆ ਪਹਿਲਾਂ ਫਿਰ ਇੰਟਰਨੈਸ਼ਨਲ ਮੀਡੀਆ ਉਹਦੀਆਂ ਨਜ਼ਰਾਂ ਦੇ ਵਿੱਚ ਆ ਗਏ ਤੇ ਇਹਨਾਂ ਆਗੂਆਂ ਨੂੰ ਇੰਟਰਵਿਊ ਕਰਨ ਦੇ ਵਾਸਤੇ ਮੀਡੀਆ ਵਾਲੇ ਅੱਗੇ ਪਿੱਛੇ ਫਿਰਨ ਲੱਗ ਗਏ। ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਪੈਰ ਥੱਲੇ ਬਟੇਰਾ ਆ ਗਿਆ। ਉਹਨਾਂ ਨੇ ਚੋਣ ਲੜੀ, ਚੋਣ ਦੇ ਵਿੱਚ ਜੋ ਅਸ਼ਰ ਹੋਇਆ ਉਹ ਸਭ ਦੇ ਸਾਹਮਣੇ। ਇਲਜ਼ਾਮ ਵੀ ਲੱਗੇ, ਟਿਕਟਾਂ ਵੇਚਣ ਦੇ ਇਲਜ਼ਾਮ ਵੀ ਲੱਗੇ। ਇਹ ਜਦੋਂ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਮੁੱਖ ਮੰਤਰੀ ਹੋਰਾਂ ਦੀ, ਸਾਰੀਆਂ ਗੱਲਾਂ ਇਹਨਾਂ ਨੇ ਕਿਸਾਨਾਂ ਦੇ ਨਾਲ ਕੀਤੀਆਂ। ਕਿਸਾਨ ਕਹਿੰਦੇ ਕਿ ਅਸੀਂ ਆਪਣੇ ਕਾਡਰ ਦੇ ਨਾਲ ਗੱਲ ਕਰ ਲਈਏ, ਗੱਲ ਕਰਕੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਉਹ ਕੀ ਕਹਿੰਦੇ ਨੇ ਇਹਨਾਂ ਮੰਗਾਂ ਦੇ ਉੱਤੇ। ਹੁਣ ਜਿਹੜੀਆਂ ਮੰਗਾਂ ਨੂੰ ਲੈ ਕੇ ਇਹ ਕਹਿੰਦੇ ਆ, ਅੱਜ ਗੁਰਦੁਆਰਾ ਅੰਬ ਸਾਹਿਬ ਚਲੇ ਗਏ, ਉੱਥੇ ਜਾ ਕੇ ਇਹ ਕਹਿੰਦੇ ਕੀ ਆ ਕਿ ਜੀ ਜਿਹੜੀ 60 ਮੂੰਗੀ ਆ ਉਦੋਂ ਬਾਅਦ ਜੇ ਬਾਸਮਤੀ ਲਾਵਾਂਗੇ ਤੇ ਸਰਕਾਰ ਪਹਿਲਾਂ ਬਾਸਮਤੀ ਦੀ MSP ਦੇਵੇ। ਜੇ ਸਰਕਾਰ ਨੇ ਨਾ ਚੁੱਕੀ ਉਦੋਂ ਰੇਟ ਘੱਟ ਦਿੱਤਾ, ਫੇਰ ਕਿਸਾਨ ਕੀ ਕਰੂਗਾ। ਇਹਨਾਂ ਕਿਸਾਨ ਜਥੇਬੰਦੀਆਂ ਨੇ ਅੱਜ ਤੱਕ ਜਿਹੜੀਆਂ ਇਹਨਾਂ ਦੇ ਆਗੂ ਨੇ, ਜੋ ਗੰਦਾ ਹੋ ਗਿਆ ਸਾਡਾ ਸਾਰੇ ਦਾ ਸਾਰਾ ਪਾਣੀ ਪੋਲਿਊਟਡ ਹੋ ਗਿਆ, ਉਸ ਮਾਮਲੇ ਦੇ ਉੱਤੇ ਅੱਜ ਤੱਕ ਇਹ ਬੋਲੇ ਆ। ਇੱਕ ਬੱਚੀ ਛੋਟੀ ਜੀ ਡੇਰਾਬੱਸੀ ਦੇ ਵਿੱਚ ਝੁੱਗੀ ਦੇ ਵਿੱਚ ਸੜ ਕੇ ਉਹਦੀ ਮੌਤ ਹੋ ਗਈ, ਇਹਨਾਂ ਚੋਂ ਕੋਈ ਨਹੀਂ ਬੋਲਿਆ। ਇੱਕ ਅਪੀਲ ਤੱਕ ਇਹਨਾਂ ਨੇ ਕਿਸਾਨਾਂ ਨੂੰ ਨਹੀਂ ਕੀਤੀ ਕਿ ਤੁਸੀਂ ਘੱਟੋ ਘੱਟ ਕਣਕ ਦੇ ਨਾੜ ਨੂੰ ਅੱਗ ਨਾ ਲਾਓ, ਕਿਉਂਕਿ ਇਹਨਾਂ ਨੂੰ ਕਾਡਰ ਖੁੱਸਣ ਦਾ ਡਰ ਬਣਿਆ। ਜਦੋਂ ਕਣਕ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋਈ ਆ ਤੇ ਉਦੋਂ ਵੀ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਪ੍ਰਾਈਵੇਟ ਪਲੇਅਰ ਨੇ ਉਹ ਘੇਰੇ ਫਿਰਨ ਲੱਗ ਗਏ ਸੀ ਖੇਤਾਂ ਦੇ, ਵੀ ਜੇ ਸਿੱਧੀ ਗੱਲ ਹੋ ਜੇ ਉਹਨਾਂ ਦੀ ਤੇ ਉਹ ਇਸ ਤਰ੍ਹਾਂ ਦਾ ਉਹਨਾਂ ਨੇ ਸੌਦੇ ਮਾਰੇ। ਜਿਹੜੇ ਸਾਈਲੋ ਬਣੇ ਨੇ ਉਹ ਫੁੱਲ ਭਰ ਗਏ ਕਣਕ ਦੇ ਨਾਲ। ਕਦੋਂ ਕੱਢਣਗੇ ਉਹ? ਜਦੋਂ ਪੂਰੇ ਤਰੀਕੇ ਦੇ ਨਾਲ ਐਨ ਸਿਖਰ ਦੇ ਉੱਤੇ ਜਿਹੜੀਆਂ ਉਹ ਚਲੇ ਜਾਣਗੀਆਂ ਕੀਮਤਾਂ। ਇਸ ਵਾਰੀ ਕਣਕ ਦੀ ਪੈਦਾਵਾਰ ਦੇ ਵਿੱਚ ਕੁਝ ਫਰਕ ਪਿਆ, ਘੱਟ ਝਾੜ ਹੋਇਆ ਕਿਉਂਕਿ ਹੀਟ ਛੇਤੀ ਆ ਗਈ। ਇਹਦੇ ਕਰਕੇ ਜਿਹੜੀਆਂ ਆਟੇ ਦੀਆਂ ਕੀਮਤਾਂ ਦੇ ਵਿੱਚ, ਕਣਕ ਦੀਆਂ ਕੀਮਤਾਂ ਦੇ ਵਿੱਚ ਕਾਫੀ ਤੇਜ਼ੀ ਹੋਈ ਆ। ਪਿਛਲੇ ਸ਼ੁੱਕਰਵਾਰ ਨੂੰ ਐਕਸਪੋਰਟ ਦੇ ਉੱਤੇ ਬੈਨ ਲੱਗ ਗਿਆ। ਭਾਰਤੀ ਜਿਹੜੀ ਕਣਕ ਹੈ ਉਹ ਹੁਣ ਕਿਸੇ ਮੁਲਕ ਦੇ ਵਿੱਚ ਬਾਹਰ ਨਹੀਂ ਜਾਊਗੀ। ਸਰਕਾਰ ਨੇ ਦੇਸ਼ ਦੇ ਵਿੱਚ ਕਣਕ ਤੇ ਆਟੇ ਦੀਆਂ ਵੱਧਦੀਆਂ ਕੀਮਤਾਂ ਨੂੰ ਕਾਬੂ ਕਰਨ ਦੇ ਵਾਸਤੇ ਇਹ ਸਟੈਪ ਚੁੱਕਿਆ। ਜਿਹੜੇ ਵੱਡੇ ਕਿਸਾਨ ਨੇ, ਜਿਹੜੇ ਸਹਿੰਦੇ ਨੇ, ਉਹਨਾਂ ਨੇ ਮੰਡੀ ਦੇ ਵਿੱਚ ਕਣਕ ਇਸ ਵਾਰੀ ਅੱਧ-ਪਚੱਦੀ ਲਿਆਂਦੀ, ਕੁਝ ਉਹਨਾਂ ਨੇ ਸਟੋਰ ਕਰਨ ਦੇ ਪਿੱਛੇ ਉਹਨਾਂ ਦਾ ਵੀ ਪਰਪਸ ਇਹੀ ਰਿਹਾ ਕਿ ਉਹਨਾਂ ਨੂੰ ਵੀ ਲੱਗਦਾ ਕਿ ਕਣਕ ਦੀਆਂ ਕੀਮਤਾਂ ਇਸ ਵਾਰੀ ਵਾਹ ਵਧਣਗੀਆਂ ਤੇ ਉਹਦੇ ਕਰਕੇ ਉਹ ਫਿਰ ਮਹਿੰਗੇ ਭਾਅ ਦੇ ਉੱਤੇ ਵੇਚਣਾ ਚਾਹੁੰਦੇ ਨੇ। ਪਾਕਿਸਤਾਨ ਦੇ ਨਾਲ ਵਪਾਰ ਖੁੱਲ੍ਹਦਾ, ਪਾਕਿਸਤਾਨ ਤੋਂ ਥਰੂ ਹੁੰਦਾ ਹੋਇਆ ਅਫਗਾਨਿਸਤਾਨ ਦੇ ਜਾ ਕੇ UAE ਤੱਕ ਵਪਾਰ ਚੱਲੇ ਜਾਂਦਾ ਤੇ ਇਹ ਇੱਕ ਬਹੁਤ ਵੱਡਾ ਰੂਟ ਬਣ ਸਕਦਾ ਜਿਹੜਾ ਕਿ ਕਿਸਾਨ ਨੂੰ ਬਹੁਤ ਵੱਡਾ ਫਾਇਦਾ ਦੇ ਸਕਦਾ। ਪੰਜਾਬੀ ਨੈਸ਼ਨਲ ਤੇ ਪ੍ਰੋਗਰਾਮ ਸੱਚੀਆਂ ਤੇ ਖਰੀਆਂ ਪੰਨੂ ਦੀਆਂ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪੰਨੂ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਪੰਜਾਬ ਦੇ ਮੁੱਦਿਆਂ ਦੀ, ਪੰਜਾਬ ਦੀ ਸਿਆਸਤ ਦੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਨੂ ਸਾਹਿਬ ਕਹਿੰਦੇ ਆ ਕਿ ਜੇ ਕਿਸੇ ਨੂੰ ਸੱਟ ਵੱਜੇ ਤੇ ਉਹਨੂੰ ਅਕਲ ਆ ਜਾਂਦੀ ਹੈ, ਪਰ ਸਾਡੀ ਜਿਹੜੀ ਪੰਜਾਬ ਕਾਂਗਰਸ ਹੈ 77 ਤੋਂ 18 ਤੇ ਸਿਮਟ ਗਈ, ਪਰ ਇਹਨਾਂ ਨੂੰ ਅਕਲ ਹਾਲੇ ਤੱਕ ਨਹੀਂ ਆਈ। ਇਹਨਾਂ ਦਾ ਜਿਹੜਾ ਖਲਾਰਾ ਆ ਉਹ ਕੱਚੀ ਲੱਸੀ ਵਾਂਗ ਦਿਨੋਂ ਦਿਨ ਵੱਧਦਾ ਜਾ ਰਿਹਾ। ਤੁਹਾਡੇ ਕੀ ਵਿਚਾਰ ਨੇ ਜੀ ਇਸ ਬਾਰੇ? ਇਹ ਗੱਲ ਠੀਕ ਹੈ ਤੁਹਾਡੀ ਕਿ ਜਦੋਂ ਇੰਨੀ ਸੱਟ ਵੱਜੇ ਫਿਰ ਤਾਂ ਬੰਦੇ ਨੂੰ ਸਿੱਖ ਲੈਣਾ ਚਾਹੀਦਾ, ਪਰ ਜਿਹੜਾ ਚਿੰਤਨ ਸ਼ਿਵਰ ਹੋ ਕੇ ਹਟਿਆ ਹੁਣੇ
ਵੈਸੇ ਜਿਹੜੀਆਂ ਗੱਲਾਂ ਸੁਨੀਲ ਜਾਖੜ ਹੋਰਾਂ ਨੇ ਆਖੀਆਂ ਸੀਗੀਆਂ ਉਹ ਕਾਫੀ ਹੱਦ ਤੱਕ ਸਹੀ ਸੀਗੀਆਂ ਕਿ ਇਹ ਚਿੰਤਨ ਸ਼ਿਵਰ ਨਹੀਂ ਚਿੰਤਾ ਸ਼ਿਵਰ ਦੇ ਰੂਪ ਦੇ ਵਿੱਚ ਹੋਣਾ ਚਾਹੀਦਾ। ਕਾਂਗਰਸ ਸਿਮਟ ਦੀ ਦੋ ਰਾਜਾਂ ਤੱਕ ਰਹਿ ਗਈ ਆ। ਇਹ ਨਹੀਂ ਪਤਾ ਵੀ ਜਿੰਨਾਂ ਰਾਜਾਂ 'ਚ ਹੈਗੀ ਆ ਉੱਥੇ ਅੱਗੋਂ ਜਿੱਤ ਸਕੂਗੀ ਜਾਂ ਨਹੀਂ। ਜੇ ਹਾਲਾਤ ਜਿਹੋ ਜਿਹੇ ਬਣੇ ਹੋਏ ਆ ਇਸੇ ਤਰ੍ਹਾਂ ਦੇ ਰਹੇ ਤੇ ਫਿਰ ਹੋ ਸਕਦਾ ਉੱਥੋਂ ਵੀ ਗਾਇਬ ਹੋ ਜੇ। ਪੰਜਾਬ ਦੇ ਵਿੱਚ ਜੇ ਆਪਾਂ ਪੰਜਾਬ ਦੇ ਉੱਤੇ ਹੀ ਆਈਏ ਤਾਂ ਪੰਜਾਬ ਦੇ ਵਿੱਚ ਜਦੋਂ 17 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਆ 77 ਸੀਟਾਂ ਲੈ ਕੇ, ਬੜਾ ਵੱਡਾ ਇੱਕ ਲੋਕਾਂ ਨੇ ਮੈਂਡੇਟ ਦਿੱਤਾ ਸੀਗਾ। ਉਸ ਮੈਂਡੇਟ ਨੂੰ ਗਾਰੰਟੀ ਸਮਝ ਲਿਆ ਗਿਆ ਔਰ ਫਿਰ ਜੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤਾ ਤੇ ਉਹਨਾਂ ਦੇ ਸਾਥੀ ਮੰਤਰੀਆਂ ਨੇ ਕੀਤਾ, ਜੋ ਲੁੱਟ ਪੰਜਾਬ ਦੇ ਵਿੱਚ ਮਚੀ ਉਹ ਕਿਸੇ ਤੋਂ ਲੁਕੀ ਛਿਪੀ ਨਹੀਂ। ਔਰ ਜਿਹੜੀ ਮਾਲਵੇ ਦੇ ਖੇਤਰ ਦੇ ਵਿੱਚ, ਮਾਝੇ ਦੇ ਖੇਤਰ 'ਚ, ਦੁਆਬੇ ਦੇ ਖੇਤਰ ਦੇ ਵਿੱਚ ਸਾਰੇ ਜਗ੍ਹਾ ਦੇ ਉੱਤੇ ਹੀ ਇੱਦਾਂ ਹੋ ਗਿਆ ਵੀ ਜਿੰਨੇ ਕੁ ਕੋਈ ਪੈਸੇ ਇਕੱਠੇ ਕਰ ਸਕਦਾ ਉਹਨੇ ਕਰ ਲਓ, ਵੀ ਇੰਨੀ ਤਰੀਕ ਨੂੰ ਆਪਾਂ ਲੈ ਕੇ ਭੱਜ ਚੱਲਣਾ, ਨਿਕਲ ਜਾਣਾ। ਇਸ ਤਰੀਕੇ ਨਾਲ ਪੈਸੇ ਇਕੱਠੇ ਕੀਤੇ ਗਏ। 4.5 ਸਾਲ ਤੱਕ ਹਾਈ ਕਮਾਂਡ ਨੂੰ ਚੇਤਾ ਨਾ ਆਇਆ ਵੀ ਕੋਈ ਸਰਕਾਰ ਲੋਕਾਂ ਨੇ ਚੁਣ ਕੇ ਦਿੱਤੀ ਸੀ ਤੇ ਪੀ ਕੇ ਪ੍ਰਸ਼ਾਂਤ ਕਿਸ਼ੋਰ ਉੱਥੇ ਬਹੁਤ ਸਾਰੇ ਵਾਅਦੇ ਲੋਕਾਂ ਦੇ ਨਾਲ ਕਰ ਗਿਆ ਸੀ। ਉੱਥੇ ਉਹਨੇ ਨਾਅਰਾ ਦਿੱਤਾ ਸੀਗਾ, ਕੈਪਟਨ ਨੇ ਸਹੁੰ ਚੁੱਕੀ, ਘਰ ਘਰ ਨੌਕਰੀ ਪੱਕੀ। ਜਿਹੜਾ ਕਰਜ਼ਾ ਸੀਗਾ ਉਹਦੇ ਬਾਰੇ ਆਖਿਆ ਗਿਆ ਕਿ ਸਾਰੇ ਦਾ ਸਾਰਾ ਕਰਜ਼ਾ ਮਾਫ ਕਰ ਦਿੱਤਾ ਜਾਊਗਾ, ਚਾਹੇ ਬੈਂਕਾਂ ਦਾ, ਸਰਕਾਰੀ ਬੈਂਕਾਂ ਦਾ ਹੈ, ਚਾਹੇ ਆੜਤੀਆਂ ਤੋਂ ਫੜਿਆ, ਚਾਹੇ ਗੁਆਂਢੀਆਂ ਤੋਂ ਫੜਿਆ। ਇੱਥੋਂ ਤੱਕ ਕਿਹਾ ਗਿਆ ਵੀਡੀਓ ਦੇ ਵਿੱਚ ਕਿ ਉਹ ਸਾਰਾ ਮਾਫ ਕਰ ਦਿੱਤਾ ਜਾਊਗਾ। ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਸਭ ਨੂੰ ਯਾਦ ਹੋਣਾ ਉਦੋਂ ਨਾਅਰੇ ਜਿਹੜੇ ਦਿੱਤੇ ਗਏ ਸੀ। ਜੋ ਕਾਂਗਰਸ ਦਾ ਹਸ਼ਰ ਹੋ ਗਿਆ ਉਹ ਸਭ ਦੇ ਸਾਹਮਣੇ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂਕਿ ਕੱਢ ਹੀ ਦੇਣਾ ਸੀਗਾ ਕਾਂਗਰਸ ਨੇ, ਬਹੁਤ ਲੇਟ ਕੱਢਿਆ। ਹੁਣ ਜਿਹੜੇ ਸੁਨੀਲ ਜਾਖੜ ਨੇ ਉਹ ਛੱਡ ਗਏ, ਕਾਂਗਰਸ ਕੱਢ ਹੀ ਦਿੱਤਾ ਉਹਨਾਂ ਨੂੰ ਵੀ, ਫਿਰ ਉਹ ਆਪ ਛੱਡ ਗਏ। ਨਵਜੋਤ ਸਿੱਧੂ ਨੂੰ ਨੋਟਿਸ ਦਿੱਤਾ ਹੋਇਆ, ਪ੍ਰਨੀਤ ਕੌਰ ਨੂੰ ਕੋਈ ਨੋਟਿਸ ਨਹੀਂ ਦਿੱਤਾ। ਚਰਨਜੀਤ ਚੰਨੀ ਦੇ ਭਾਣਜੇ ਦੇ ਘਰੋਂ ਕਰੋੜਾਂ ਰੁਪਈਆ ਮਿਲ ਗਿਆ, ਉਹਨੂੰ ਕੋਈ ਨੋਟਿਸ ਨਹੀਂ ਦਿੱਤਾ। ਇਹ ਖਲਾਰਾ ਤਾਂ ਆਪਣੀ ਜਗ੍ਹਾ ਚੱਲੀ ਜਾਂਦਾ। ਅੱਜ ਇੱਕ ਖਲਾਰਾ ਹੋਰ ਪੈਂਦਾ ਨਜ਼ਰ ਆ ਰਿਹਾ। ਇਹਦੇ ਵਿੱਚ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ, ਜਿਹੜੇ ਰਿਸ਼ਤੇਦਾਰੀ 'ਚ ਉਹਦੇ ਸਾਲਾ ਲੱਗਦੇ ਆ, ਜੋਜੋ ਜੌਲ, ਜਿਹੜੇ ਬਠਿੰਡੇ ਤੋਂ ਨੇ, ਜੈਜੀਤ ਜੌਲ ਉਹਦਾ ਨਾਮ ਹੈ ਵੈਸੇ, ਤਾਂ ਉਹ ਜੋਜੋ ਦੇ ਤੌਰ ਦੇ ਉੱਤੇ ਮਸ਼ਹੂਰ ਹੈ। ਤੁਹਾਨੂੰ ਯਾਦ ਹੋਣਾ ਇੱਕ ਉਹ ਜੋਜੋ ਟੈਕਸ ਦੇ ਵੀ ਚਰਚਾ ਬੜਾ ਚੱਲਦਾ ਰਿਹਾ ਸੀਗਾ ਵੀ ਕੋਈ ਜੋਜੋ ਟੈਕਸ ਲੱਗਦਾ। ਉਹ ਕਿਹੜਾ ਟੈਕਸ ਸੀਗਾ ਉਹ ਸਭ ਨੂੰ ਪਤਾ। ਹੁਣ ਅੱਜ ਜੋਜੋ ਨੇ ਇੱਕ ਨਵੀਂ ਚਰਚਾ ਜਿਹੜੀ ਆ ਉਹ ਛੇੜ ਦਿੱਤੀ ਆ, ਇੱਕ ਪੋਸਟ ਪਾ ਕੇ। ਉਹਦੇ ਵਿੱਚ ਉਹ ਲਿਖਦਾ ਕਿ ਮੈਂ ਚੋਣਾਂ ਵੇਲੇ ਵੀ ਚੁੱਪੀ ਧਾਰੀ ਹੋਈ ਸੀ ਕਿ ਵੜਿੰਗ ਨੂੰ ਉਸ ਵੇਲੇ ਦੇ ਵਿਧਾਇਕ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਜੀ ਦੇ ਖਿਲਾਫ ਬੋਲਣ ਦਾ ਮੁੱਦਾ ਕਿਉਂ ਬਣਾਇਆ ਜਾਵੇ। ਉਹਨਾਂ ਨੇ ਸਟੇਜਾਂ ਤੇ ਖੁੱਲ੍ਹ ਕੇ ਬਠਿੰਡਾ ਸ਼ਹਿਰੀ 'ਚ ਕਾਂਗਰਸ ਖਿਲਾਫ ਵੋਟ ਪਾਉਣ ਦੀ ਅਪੀਲ ਕੀਤੀ। ਆਸ਼ੂ ਦਾ ਆਡੀਓ ਵਾਇਰਲ ਹੋਇਆ ਸੀ ਜਿਸ 'ਚ ਉਹਨੇ ਮਨਪ੍ਰੀਤ ਖਿਲਾਫ ਵੋਟ ਪਾਉਣ ਦੀ ਗੱਲ ਕਹੀ ਸੀ। ਇੱਕ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਤੇ ਦੂਜੇ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਉਹਦੇ ਪਰ ਵਿੱਚ ਚਿੰਤਨ ਇਹ ਹੋਣਾ ਚਾਹੀਦਾ ਸੀ ਕਿ ਜੇਕਰ ਕੋਈ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਵਿਰੁੱਧ ਬੋਲਦਾ ਤਾਂ ਉਹਨੂੰ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਤੇ ਜਾਖੜ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਜਾਂਦਾ। ਜੇਕਰ ਅਜਿਹਾ ਹੈ ਤਾਂ ਵਰਕਰਾਂ ਦੇ ਤੌਰ ਤੇ ਹਰ ਕਿਸੇ ਨੂੰ ਕਿਸੇ ਦੇ ਖਿਲਾਫ ਬੋਲਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਹੋ ਸਕਦਾ ਕਿ ਮੈਨੂੰ ਪਾਰਟੀ ਦਾ ਅਹੁਦਾ ਵੀ ਮਿਲ ਜਾਵੇ। ਉਹਨਾਂ ਨੂੰ ਆਪਣੀ ਪਾਰਟੀ ਦੇ ਉਮੀਦਵਾਰ ਤੇ ਵਿੱਤ ਮੰਤਰੀ ਵਿਰੁੱਧ ਬੋਲਣ ਦੀ ਇਜਾਜ਼ਤ ਕਿਉਂ ਦਿੱਤੀ ਗਈ? ਕੋਈ ਪਾਰਟੀ ਅਨੁਸ਼ਾਸਨ ਦੀ ਆਸ ਕਿਵੇਂ ਰੱਖ ਸਕਦੀ ਹੈ ਤੇ ਮੇਰੇ ਵਰਗੇ ਵਰਕਰ ਤੋਂ ਇਹਨਾਂ ਦੋਨਾਂ ਦਾ ਸਤਿਕਾਰ ਕਰਨ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ? ਇਹ ਜੋਜੋ ਲਿਖਦਾ, ਜੋਜੋ ਜੌਲ ਲਿਖਦਾ। ਔਰ ਬਠਿੰਡੇ ਦੇ ਵਿੱਚ ਜੋ ਹਸ਼ਰ ਮਨਪ੍ਰੀਤ ਬਾਦਲ ਦਾ ਉੱਥੋਂ ਦੇ ਵੋਟਰਾਂ ਨੇ ਕੀਤਾ ਉਹ ਸਭ ਦੇ ਸਾਹਮਣੇ ਹੈ। ਔਰ ਇਹ ਕਿਹਾ ਜਾਂਦਾ ਕਿ ਜੋਜੋ ਦਾ ਸਿੱਕਾ ਉੱਥੇ ਬੋਲਦਾ ਸੀ। ਜਿਹੜਾ ਡਿਜ਼ਰਵਿੰਗ ਕੈਂਡੀਡੇਟ ਸੀਗਾ ਜਿਹਨੇ ਨਿਗਮ ਜਿੱਤ ਕੇ ਦਿੱਤੀ ਇਹਨਾਂ ਨੂੰ, ਮਨਪ੍ਰੀਤ ਬਾਦਲ ਹੋਰਾਂ ਨੇ ਉਹਨੂੰ ਲਾਂਭੇ ਕਰ ਦਿੱਤਾ ਤੇ ਕਿਸੇ ਹੋਰ ਨੂੰ ਉੱਥੇ ਮੇਅਰ ਬਣਾ ਦਿੱਤਾ। ਇਹਦੇ ਪਿੱਛੇ ਵੀ ਬੜਾ ਕੁਝ ਚੱਲਦਾ। ਖੈਰ ਜਿਹੜੀ ਚੀਜ਼ ਦਾ ਸਬੂਤ ਨਾ ਹੋਵੇ ਉਹ ਏਅਰ ਤੇ ਤਾਂ ਨਹੀਂ ਕੀਤੀ ਜਾ ਸਕਦੀ, ਪਰ ਦੰਦ ਕਥਾਵਾਂ ਬਹੁਤ ਚੱਲਦੀਆਂ ਨੇ ਉਹਦੇ ਬਾਰੇ ਕਿ ਕੀ ਕੁਝ ਹੋਇਆ, ਕੀ ਸੌਦੇਬਾਜ਼ੀ ਹੋਈ। ਉਹ ਬੰਦਾ ਜਿਹੜਾ ਸੀ ਉਹ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਚਲੇ ਗਿਆ ਤੇ ਤੁਸੀਂ ਉਸ ਬੰਦੇ ਦੀ ਇਮਾਨਦਾਰੀ ਵੇਖੋ ਕਿ ਉਹਦੇ ਮਗਰ ਬਠਿੰਡਾ ਸ਼ਹਿਰੀ ਹਲਕਾ ਹੋ ਤੁਰਿਆ।
ਤੇ ਉਹਨੇ ਮਨਪ੍ਰੀਤ ਬਾਦਲ ਨੂੰ ਹਰਾਤਾ। ਜਦੋਂ ਵੋਟਾਂ ਪੈਣ ਵਾਲੀਆਂ ਸੀ ਇਸ ਵਾਰੀ ਕਿੰਨੇ ਉੱਥੇ ਸੋਲਰ ਵੰਡੇ ਗਏ ਇਹ ਵੀ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਬਠਿੰਡੇ ਦਾ ਜਿਹੜਾ ਥਰਮਲ ਹੈ, ਥਰਮਲ ਵਾਲਾ ਏਰੀਆ ਹੈ ਜਿੱਥੋਂ ਥਰਮਲ ਸੀਗਾ ਪਹਿਲਾਂ ਚੱਲਦਾ, ਉਹ ਕਿੰਨੇ ਦੇ ਵਿੱਚ ਲੀਜ਼ ਕੀਤਾ ਗਿਆ? 4 ਰੁਪਏ 'ਚ, ਸ਼ਾਇਦ 4 ਰੁਪਏ ਜਾਂ 3 ਰੁਪਏ ਦੇ ਵਿੱਚ। ਔਰ ਕਿਉਂ ਕੀਤਾ ਗਿਆ ਲੀਜ਼? ਕੀ ਰੀਜ਼ਨ ਹੈ? ਕਿੰਨੀ ਜ਼ਮੀਨ ਹੈ ਉਹ? ਪ੍ਰਾਈਮ ਲੈਂਡ ਹੈ ਉਹ। ਕਿਉਂ ਇਦਾਂ ਕਿਸੇ ਨੂੰ ਪਾਰਟੀ ਨੂੰ ਦੇ ਦਿੱਤੀ ਗਈ? ਇਹਦੇ ਉੱਤੇ ਵੀ ਬਹੁਤ ਸਾਰੀਆਂ ਦੰਦ ਕਥਾਵਾਂ ਚੱਲਦੀਆਂ ਨੇ। ਮਨਪ੍ਰੀਤ ਬਾਦਲ ਹੋਰਾਂ ਦੀ ਸਿਆਸਤ ਕਿਹੋ ਜਿਹੀ ਆ ਇਹ ਸਾਰੇ ਜਾਣਦੇ ਨੇ। ਚੋਣਾਂ ਹਾਰਨ ਤੋਂ ਬਾਅਦ ਉਹਨਾਂ ਦਾ ਕਦੀ ਕੋਈ ਬਿਆਨ ਨਹੀਂ ਆਇਆ। ਜੇ ਚੋਣਾਂ ਦੇ ਦੌਰਾਨ ਰਾਜਾ ਵੜਿੰਗ ਬੋਲਦੇ ਸਨ ਮਨਪ੍ਰੀਤ ਬਾਦਲ ਹੋਰਾਂ ਦੇ ਖਿਲਾਫ, ਤੇ ਜੋ ਨੂੰ ਅੱਜ ਕਿਉਂ ਚੇਤਾ ਆਇਆ ਕਿ ਉਹ ਇਹ ਆਖੇ ਕਿ ਰਾਜਾ ਵੜਿੰਗ ਦੇ ਖਿਲਾਫ ਬੋਲਣ ਦੀ ਇਜਾਜ਼ਤ ਉਹਨੂੰ ਹੋਣੀ ਚਾਹੀਦੀ ਹੈ, ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਬੋਲਣ ਦੀ ਇਜਾਜ਼ਤ ਉਹਨੂੰ ਹੋਣੀ ਚਾਹੀਦੀ ਹੈ, ਇਹ ਹੁਣ ਕਿਉਂ ਗੱਲ ਨਿਕਲੀ ਹੈ? ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਕਿ ਬਾਦਲ ਪਰਿਵਾਰ ਦਾ, ਚਾਹੇ ਅਕਾਲੀ ਦਲ ਦੇ ਵਿੱਚ ਸੀ ਤੇ ਚਾਹੇ ਕਾਂਗਰਸ ਦੇ ਵਿੱਚ ਸੀ, ਇੱਕ ਪਾਰਟ ਕਾਂਗਰਸ ਦੇ ਵਿੱਚ ਸੀ, ਇੱਕ ਅਕਾਲੀ ਦਲ ਬਾਦਲ, ਉਹ ਤਾਂ ਘਰ ਦੀ ਖੈਰ ਪਾਰਟੀ ਉਹਨਾਂ ਦੀ ਆਪਣੀ ਪ੍ਰਾਈਵੇਟ ਲਿਮਟਿਡ, ਲੋਕਾਂ ਨੇ ਬਾਦਲ ਲਫ਼ਜ਼ ਹੀ ਮਟੇਤਾ ਲਗਭਗ ਸਿਆਸਤ ਦੇ ਵਿੱਚੋਂ। ਤੇ ਮਨਪ੍ਰੀਤ ਬਾਦਲ ਵੀ ਜਿਹੜੀ ਇੱਕ ਛਵੀ ਬਣਾ ਕੇ ਬੈਠੇ ਸੀਗੇ ਆਪਣੀ ਬਹੁਤ ਇਮਾਨਦਾਰੀ ਵਾਲੀ, ਉਹ ਵੀ ਕਿਤੇ ਨਾ ਕਿਤੇ ਮਿੱਟੀ 'ਚ ਮਿਲ ਗਈ ਹੈ, ਕਿਉਂਕਿ ਹਾਰ ਸ਼ਾਇਦ ਉਹਨਾਂ ਤੋਂ ਵੀ ਬਰਦਾਸ਼ਤ ਨਹੀਂ ਹੋ ਰਹੀ, ਜਿਹਦੇ ਕਰਕੇ ਉਹਨਾਂ ਦਾ ਕੋਈ ਬਿਆਨ ਹੀ ਨਹੀਂ ਆਇਆ। ਤੇ ਜਿਹੜਾ ਇਹ ਜੋ ਦਾ ਬਿਆਨ ਹੈ, ਇਹ ਕਿਤੇ ਨਾ ਕਿਤੇ ਉਹ ਵੀ ਪੱਤਾ ਖੇਡ ਕੇ ਦੇਖ ਰਹੇ ਆ ਕਿ ਜੇ ਉਧਰ ਜਾ ਰਹੇ ਨੇ ਸੁਨੀਲ ਜਾਖੜ ਹੋਰੀ ਕਿਸੇ ਦੂਜੀ ਪਾਰਟੀ ਦੇ ਵਿੱਚ, ਤੇ ਸ਼ਾਇਦ ਮੇਰਾ ਵੀ ਨਾਲ ਦੀ ਨਾਲ ਦਾ ਲੱਗ ਜੇ। ਔਰ ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸ਼ਾਇਦ ਵਿਚੋਲਗਰੀ ਕਰਵਾ ਰਹੇ ਆ ਸੁਨੀਲ ਜਾਖੜ ਹੋਰਾਂ ਦੀ। ਜੇ ਕਰਵਾ ਰਹੇ ਆ ਤੇ ਉਹ ਇਹ ਸੋਚਦੇ ਹੋ ਸਕਦੇ ਆ ਵੀ ਇੱਕ ਮੇਰੇ ਨਾਲ ਹੋਰ ਵੀ ਰਿਹਾ ਮਿਨਿਸਟਰ, ਚਲੋ ਉਹਨੂੰ ਵੀ ਉਧਰ ਜਿਹੜਾ ਉਹ ਲੈ ਜਾਇਆ ਜਾਵੇ। ਤੇ ਇਹ ਵੀ ਹੋ ਸਕਦਾ ਹੈ ਕਿ ਕੋਈ ਇੱਕ ਮਾਰਗਦਰਸ਼ਕ ਮੰਡਲ ਜਿਹੋ ਜਿਹਾ ਬਣਾਇਆ ਹੋਇਆ ਭਾਰਤੀ ਜਨਤਾ ਪਾਰਟੀ ਨੇ, ਉੱਥੇ ਹੀ ਫਿੱਟ ਹੋ ਜਾਣ ਇਹ ਸਾਰੇ ਜਿਹੜੇ ਜਾਣ ਵਾਲੇ, ਕਿਉਂਕਿ ਲੋਕਾਂ ਵੱਲੋਂ ਤਾਂ ਨਕਾਰੇ ਨੇ। ਲੋਕਾਂ ਦੇ ਵੱਲੋਂ ਨਕਾਰੇ ਹੋਏ ਲੋਕ ਇਹ ਕਿਵੇਂ ਸੋਚਦੇ ਆ ਕਿ ਉਹਨਾਂ ਨੇ ਕਿਤੇ ਹੋਰ ਜਗ੍ਹਾ ਜਾਣਾ? ਕਿਉਂਕਿ ਇਹ ਜਿਹੜੀ ਪੋਸਟ ਹੈ ਇਹ ਕਿਤੇ ਨਾ ਕਿਤੇ 2-3 ਚੀਜ਼ਾਂ ਵੱਲ ਇਸ਼ਾਰਾ ਕਰਦੀ ਹੈ। ਇੱਕ ਤਾਂ ਇਹ ਕਿ ਕਿਸੇ ਹੋਰ ਪਾਸੇ ਜਿਹੜੇ ਉਹ ਕੁੜਕ ਮੱਲ ਰਹੇ ਆ, ਜਾਂ ਦੂਜਾ ਇਹਨਾਂ ਨੂੰ ਇਹ ਜਿਹੜਾ ਲੱਗਦਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜਾ ਉਹ ਮਨਪ੍ਰੀਤ ਬਾਦਲ ਨੂੰ ਠਿੱਬੀ ਲਾਊਗਾ, ਕਾਂਗਰਸ ਦੇ ਵਿੱਚੋਂ ਕਢਾਉਣ ਦੇ ਯਤਨ ਕਰੂਗਾ। ਉਦੋਂ ਪਹਿਲਾਂ ਕੀਤਾ ਗਿਆ ਇਹ ਕਾਊਂਟਰ ਅਟੈਕ ਹੋ ਸਕਦਾ। ਇਹ ਸਭ ਨੂੰ ਪਤਾ ਕਿ 19 ਦੀ ਲੋਕ ਸਭਾ ਦੀ ਚੋਣ ਜਿਹੜੀ, ਜੇ ਮਨਪ੍ਰੀਤ ਬਾਦਲ ਹੋਰੀ ਆਪਣੇ ਚਾਚਿਆਂ ਦੇ ਨਾਲ ਨਾ ਰਲ ਜਾਂਦੇ, ਸੁਖਬੀਰ ਸਿੰਘ ਬਾਦਲ ਦੇ ਨਾਲ ਨਾ ਰਲ ਜਾਂਦੇ, ਹਰਸਿਮਰਤ ਕੌਰ ਬਾਦਲ ਨੂੰ ਵੋਟਾਂ ਨਾ ਪਾਉਂਦੇ, ਤੇ ਬਾਦਲ ਪਰਿਵਾਰ ਬਠਿੰਡੇ ਵਾਲੀ ਇਹ ਚੋਣ ਹਾਰ ਗਿਆ ਸੀ ਉਸ ਵੇਲੇ। ਔਰ ਮਨਪ੍ਰੀਤ ਬਾਦਲ ਹੋਰਾਂ ਦੀ ਵਜ੍ਹਾ ਕਰਕੇ ਉਹ ਜਿੱਤਿਆ, ਕਿਉਂਕਿ ਰਾਜਾ ਵੜਿੰਗ ਨੇ ਉਹ ਚੋਣ ਜਿੱਤ ਲੈਣੀ ਸੀ। ਲਗਭਗ ਜਿੰਨੀਆਂ ਕਿਆਸ ਅਰਾਈਆਂ ਸੀਗੀਆਂ, ਜਿੰਨੇ ਇੱਕ ਸਰਵੇ ਸੀਗੇ, ਉਹ ਇਹ ਗੱਲ ਕਹਿੰਦੇ ਸੀ ਕਿ ਰਾਜਾ ਵੜਿੰਗ ਚੋਣ ਇਹ ਜਿੱਤ ਗਿਆ ਸਮਝੋ ਬਠਿੰਡੇ ਵਾਲੀ। ਜਿਹੜਾ ਜ਼ਿਕਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉੱਥੇ ਕੀਤਾ ਸੀਗਾ 75-25 ਵਾਲਾ, ਉਹ ਇਹੀ ਤਾਂ ਜ਼ਿਕਰ ਸੀਗਾ ਕਿ 75-25 ਹੋ ਗਿਆ ਹੋਇਆ, ਵੀ ਅੰਦਰ ਖਾਤੇ ਸਮਝੌਤਾ ਹੋਇਆ ਕਿਤੇ ਨਾ ਕਿਤੇ। 75 ਕੌਣ ਸੀ, 25 ਕੌਣ ਸੀ? ਚਲੋ ਇਹ ਤਾਂ ਜਾਂ ਤਾਂ ਕਾਂਗਰਸੀ ਜਾਣਨ ਜਾਂ ਅਕਾਲੀ ਦਲ ਬਾਦਲ ਵਾਲੇ ਜਾਣਨ। ਕਦੇ ਉਹ 25 ਹੋ ਜਾਂਦੇ ਸੀ, ਉਹ 75। ਜਿਹੜਾ ਪਾਵਰ 'ਚ ਆ ਗਿਆ ਉਹ 75, ਜਿਹੜਾ ਪਾਵਰਲੈਸ ਹੋ ਗਿਆ ਉਹ 25। ਹੁਣ ਦੋਨੋਂ ਪਾਵਰਲੈਸ ਹੋ ਗਏ। ਹੁਣ ਪਤਾ ਨਹੀਂ ਆਪਸ ਦੇ ਵਿੱਚ 25-25 ਖੇਡਦੇ ਆ ਜਾਂ ਕੁਝ ਹੋਰ ਖੇਡਦੇ ਆ। ਇੰਨਾ ਜ਼ਰੂਰ ਹੈ ਕਿ ਇਹ ਜਿਹੜੀ ਖੇਡ ਪੰਜਾਬ ਕਾਂਗਰਸ ਦੀ ਕੁਝ ਹਫ਼ਤੇ ਪਹਿਲਾਂ ਸ਼ੁਰੂ ਹੋਈ ਸੀ, ਕੁਝ ਮਹੀਨੇ ਪਹਿਲਾਂ ਸ਼ੁਰੂ ਹੋਈ ਸੀਗੀ, ਜਦੋਂ ਚਰਨਜੀਤ ਚੰਨੀ ਹੋਰਾਂ ਨੂੰ ਐਲਾਨਿਆ ਗਿਆ ਸੀਗਾ ਮੁੱਖ ਮੰਤਰੀ ਦਾ ਚਿਹਰਾ। ਉਹ ਕਾਂਗਰਸ ਦੇ ਹਾਰਨ ਤੋਂ ਬਾਅਦ, ਚਰਨਜੀਤ ਚੰਨੀ ਦੇ ਦੋਨੋਂ ਜਗ੍ਹਾ ਹਾਰਨ ਤੋਂ ਬਾਅਦ ਉਹ ਖੇਡ ਖਤਮ ਨਹੀਂ ਹੋਈ, ਬਲਕਿ ਉਹਦਾ ਕੋਈ ਨਾ ਕੋਈ ਨਵਾਂ ਐਪੀਸੋਡ ਜਿਹੜਾ ਉਹ ਆਉਣਾ ਜਾਰੀ ਹੈ। ਜਿਵੇਂ ਅੱਜ ਕੱਲ ਜਿਹੜੇ ਜ਼ਿਆਦਾ ਫੇਮਸ ਨੇ ਉਹਦੇ ਉੱਤੇ ਸੀਜ਼ਨ ਆਉਂਦੇ ਹਨ, ਸੋ ਇਹ ਵੀ ਪੰਜਾਬ ਕਾਂਗਰਸ ਦਾ ਇੱਕ ਨਵਾਂ ਸੀਜ਼ਨ ਆਇਆ ਜੀ ਅੱਜ। ਔਰ ਇਹਦਾ ਨਾਮ ਜਿਹੜਾ ਉਹ ਜੋ ਜੌਲ ਹੈ, ਜੈਜੀਤ ਜੌਲ, ਜਿਨ੍ਹਾਂ ਨੇ ਅੱਜ ਸਟੇਟਸ ਲਿਖ ਕੇ ਇਹ ਨਵੀਂ ਚਰਚਾ ਛੇੜੀ ਜੀ। ਪਰ ਸਭ ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬਹੁਤ ਜਲਦ ਹਾਜ਼ਰ ਹੁੰਨੇ ਆ।
ਬ੍ਰੇਕ ਤੋਂ ਬਾਅਦ ਸੱਚੀਆਂ ਤੇ ਖਰੀਆਂ ਪੰਨੂ ਦੀਆਂ ਪ੍ਰੋਗਰਾਮ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, ਗੱਲ ਕਰਦੇ ਹਾਂ ਪੰਜਾਬ ਦੀ ਕਿਸਾਨੀ ਦੀ। ਅੱਜ ਚੰਡੀਗੜ੍ਹ ਨੂੰ ਕੂਚ ਕਰ ਲਿਆ ਜੀ ਕਿਸਾਨਾਂ ਨੇ। ਕਹਿੰਦੇ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਅਸੀਂ ਮੋਰਚਾ ਲਾ ਦੇਣਾ। ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਇਸ ਮੋਰਚੇ ਨੂੰ ਲਾਉਣ ਦੀ ਲੋੜ ਕਿਉਂ ਪੈ ਗਈ ਹੈ ਜੀ? ਇੱਕ ਵਾਰੀ ਕਹਿੰਦੇ ਪੁਰਾਣੀ ਗੱਲ ਸੁਣਾਉਂਦੇ ਹੁੰਦੇ ਆ ਵੀ ਉਦੋਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀਗਾ ਤੇ ਮੋਰਚੇ ਵਗੈਰਾ ਲਾ ਕੇ ਸਰਕਾਰ ਬਣਾਈ ਤੇ ਮੁੜ ਕੇ ਜਦੋਂ ਜਥੇਦਾਰ ਵਿਹਲੇ ਹੋ ਗਏ ਉਹ ਮੁੱਖ ਮੰਤਰੀ ਕੋਲੇ ਗਏ, ਦੱਸੋ ਜੀ ਮੁੱਖ ਮੰਤਰੀ ਸਾਹਿਬ ਹੁਣ ਫਿਰ ਮੋਰਚਾ ਕਿੱਥੇ ਲਾਈਏ? ਉਹ ਕਹਿੰਦੇ ਮੋਰਚਾ ਥੋੜੀ ਲਾਉਣਾ, ਹੁਣ ਤਾਂ ਸਰਕਾਰ ਆਪਣੀ ਹੈ। ਤੇ ਅੱਗੋਂ ਜਿਹੜਾ ਅਗਵਾਈ ਕਰਦਾ ਆਇਆ ਸੀ ਉਹਨਾਂ ਦਾ ਜਥੇਦਾਰ ਕਹਿੰਦਾ ਲੈ ਇਹ ਕੋਈ ਗੱਲ ਥੋੜੀ ਹੈ, ਫਿਰ ਸਰਕਾਰ ਬਣ ਗਈ ਤੇ ਅਸੀਂ ਮੋਰਚਾ ਨਹੀਂ ਲਾਉਣਾ, ਮੋਰਚਾ ਤਾਂ ਅਸੀਂ ਲਾਵਾਂਗੇ। ਉਹੋ ਜਿਹੇ ਕਿਸਾਨ ਨੇ। ਕਿਸਾਨ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਕੋਲੇ ਥੋੜਾ ਟਾਈਮ ਹੁੰਦਾ। 23 ਡਿਸਟ੍ਰਿਕਟ ਨੇ ਪੰਜਾਬ ਦੇ ਵਿੱਚ ਤੇ 100 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ। 32 ਤਾਂ ਉਹ ਨੇ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਨੇ, ਹੋਰ ਛੋਟੀਆਂ ਛੋਟੀਆਂ ਬਹੁਤ ਨੇ ਜਿਹੜੀਆਂ ਪਿੰਡਾਂ ਤੱਕ ਸੀਮਤ ਨੇ, ਕੋਈ ਇੱਕ ਪਿੰਡ 'ਚ ਬਣੀ ਆ, ਕੋਈ ਦੋ ਪਿੰਡ 'ਚ ਬਣੇ ਹੋਏ ਆ। ਉਹਨਾਂ ਨੇ ਦਿੱਲੀ ਵਾਲਾ ਜਿਹੜਾ ਮੋਰਚਾ ਸੀ ਉਹ 1 ਸਾਲ ਚੱਲਿਆ। ਲੋਕਾਂ ਨੇ ਸਹਿਯੋਗ ਦਿੱਤਾ, ਹਰ ਵਰਗ ਨੇ ਸਹਿਯੋਗ ਕੀਤਾ ਉਹਨਾਂ ਦਾ, ਕਿਉਂਕਿ ਉਹ ਚੁੱਲ੍ਹਿਆਂ ਦੀ ਅੱਗ ਜਿਹੜੀ ਉਹ ਬਚਾਉਣ ਦਾ ਮੋਰਚਾ ਸੀ। ਹੁਣ ਹੋਇਆ ਇਹ ਕਿ ਉਸ ਮੋਰਚੇ ਨੇ ਪ੍ਰਸਿੱਧੀ ਬਹੁਤ ਦਿੱਤੀ। ਕਿਸਾਨ ਆਗੂ ਪਹਿਲਾਂ ਵੀ ਲੜਾਈ ਲੜਦੇ ਰਹੇ ਨੇ ਆਪਣੀਆਂ ਛੋਟੀਆਂ ਛੋਟੀਆਂ ਮੰਗਾਂ ਨੂੰ ਲੈ ਕੇ। ਲੋਕਾਂ ਬਹੁਤਾ ਨੋਟਿਸ ਨਹੀਂ ਸੀ ਲਿਆ ਇਹਨਾਂ ਦਾ। ਇਹ ਜਾਂਦੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਸਾਹਮਣੇ, ਤਹਿਸੀਲਦਾਰਾਂ ਦੇ ਦਫ਼ਤਰਾਂ ਦੇ ਸਾਹਮਣੇ ਦਰੀਆਂ ਵਿਛਾ ਕੇ ਜਿੰਦਾਬਾਦ ਮੁਰਦਾਬਾਦ ਕਰਦੇ, ਮੈਮੋਰੰਡਮ ਦਿੱਤਾ, ਉੱਥੋਂ ਵਾਪਸ ਆ ਗਏ। ਅਗਲੇ ਦਿਨ ਛੋਟੀਆਂ ਜਿਹੀਆਂ ਖਬਰਾਂ ਲੱਗੀਆਂ, ਇੱਥੋਂ ਤੱਕ ਸੀਮਤ ਹੁੰਦੇ ਸੀ। ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਾ ਤਾਂ ਇੱਕਦਮ ਜਿਹੜਾ ਸੀ ਉਹ ਨੈਸ਼ਨਲ ਮੀਡੀਆ, ਪਹਿਲਾਂ ਫਿਰ ਇੰਟਰਨੈਸ਼ਨਲ ਮੀਡੀਆ ਉਹਦੀਆਂ ਨਜ਼ਰਾਂ ਦੇ ਵਿੱਚ ਆ ਗਏ ਤੇ ਇਹਨਾਂ ਆਗੂਆਂ ਨੂੰ ਇੰਟਰਵਿਊ ਕਰਨ ਦੇ ਵਾਸਤੇ ਮੀਡੀਆ ਵਾਲੇ ਅੱਗੇ ਪਿੱਛੇ ਫਿਰਨ ਲੱਗ ਗਏ, ਕਿਉਂਕਿ ਉਹ ਮੋਰਚਾ ਜਿਹੜਾ ਸੀ ਉਹ ਹਰ ਵਿਅਕਤੀ ਦੇ ਚੁੱਲ੍ਹੇ ਦੇ ਨਾਲ ਜੁੜਿਆ ਹੋਇਆ ਸੀ ਕਿ ਸਾਡੀ ਜ਼ਮੀਨ ਕਾਰਪੋਰੇਟ ਘਰਾਣੇ ਲੈ ਜਾਣਗੇ ਜੇ ਇਹ 3 ਖੇਤੀ ਕਾਨੂੰਨ ਲਾਗੂ ਰਹੇ। ਇਸ ਚੀਜ਼ ਨੂੰ ਲੈ ਕੇ ਉਹ ਮੋਰਚਾ ਲੱਗਿਆ ਸੀ ਤੇ ਜਿੱਤਿਆ ਵੀ ਗਿਆ ਉਹ। ਹੁਣ ਜਿਹੜੀ ਨਾ ਅੱਗੇ ਸਮੱਸਿਆ ਇਹਨਾਂ ਦੇ ਸਾਹਮਣੇ ਇਹ ਖੜੀ ਹੋ ਗਈ ਕਿ ਹੁਣ ਮੋਰਚਾ ਕਿਸ ਚੀਜ਼ ਦੇ ਵਾਸਤੇ ਲਾਈਏ? ਸੈਂਟਰ ਦੀ ਸਰਕਾਰ ਦੇ ਹੁਣ ਖਿਲਾਫ ਕਿਸ ਚੀਜ਼ ਦੇ ਵਾਸਤੇ ਮੋਰਚਾ ਲਾਉਣਗੇ? ਉਹਨਾਂ ਨੇ ਇੱਕ ਵਾਰੀ ਤੋੜ ਦਿੱਤੇ ਵੀ ਲਓ ਜੀ 3 ਖੇਤੀ ਕਾਨੂੰਨ ਬਣਾਏ ਸੀ, ਉਹਦੇ ਕਰਕੇ ਤੁਸੀਂ ਮੋਰਚਾ ਲਾਇਆ, ਅਸੀਂ ਵਾਪਸ ਲੈ ਲਏ, ਕੰਮ ਖਤਮ ਹੋ ਗਿਆ। ਜਿਹੜੀਆਂ ਚੀਜ਼ਾਂ ਸਰਕਾਰ ਨੇ ਕਰਨੀਆਂ ਸੀਗੀਆਂ, ਜਿਹੜੀ ਉਹ ਕਮੇਟੀ ਬਣਾਉਣੀ ਸੀਗੀ MSP ਦੇ ਉੱਤੇ, ਉਹ ਤਾਂ ਬਣੀ ਨਹੀਂ ਅਜੇ ਤੱਕ। ਅਜੇ ਤੱਕ ਜਿਹੜਾ ਬਸਤਾੜਾ ਟੋਲ ਪਲਾਜ਼ੇ ਦੇ ਉੱਤੇ ਕੁੱਟਮਾਰ ਹੋਈ ਸੀ ਕਿਸਾਨਾਂ ਦੀ, ਉਹ ਕੇਸ ਹੋ ਗਏ, ਮਾਣਹਾਨੀ ਵਾਲੇ ਹੋ ਗਏ ਹਰਿਆਣੇ ਦੇ ਵਿੱਚ, ਉਹ ਕੇਸ ਵਾਪਸ ਨਹੀਂ ਹੋਏ। ਇੱਕ ਤਾਂ ਉਧਰ ਤੁਸੀਂ ਦੇਖਿਆ ਹੋਣਾ ਜਿਹੜੇ ਟਕੈਤ ਹੈ ਗਰੁੱਪ, ਉਹ ਫਟ ਗਿਆ ਆਪਸ ਦੇ ਵਿੱਚ। ਇੱਥੇ ਬਲਬੀਰ ਸਿੰਘ ਰਾਜੇਵਾਲ ਹੁਰੀ ਆਪਣੇ ਆਪ ਨੂੰ ਰਾਸ਼ਟਰਪਤੀ ਸਮਝਣ ਲੱਗ ਗਏ ਸੀ। ਉਹ ਕਹਿੰਦੇ ਰਾਸ਼ਟਰਪਤੀ ਬਾਅਦ ਚ ਬਣਾਂਗੇ, ਪਹਿਲਾਂ ਮੁੱਖ ਮੰਤਰੀ ਬਣ ਲਈਏ, ਉਦੋਂ ਫਿਰ ਤਾਂ ਨੂੰ ਚਲਾਂਗੇ। ਕਿ ਉਹਨਾਂ ਨੂੰ ਲੱਗਿਆ ਕਿ ਗਿਆਨੀ ਜੈਲ ਸਿੰਘ ਹੁਰੀ ਵੀ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਰਹੇ ਸੀ। ਗਿਆਨੀ ਜੈਲ ਸਿੰਘ ਹੁਰੀ ਤਾਂ ਪੋਲੀਟੀਕਲ ਬੰਦੇ ਸੀ, ਗਰਾਊਂਡ ਦੀ ਪੋਲਿਟਿਕਸ ਜਾਣਦੇ ਸੀ। ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਪੈਰ ਥੱਲੇ ਬਟੇਰਾ ਆ ਗਿਆ। ਉਹਨਾਂ ਨੇ ਚੋਣ ਲੜੀ, ਚੋਣ ਦੇ ਵਿੱਚ ਜੋ ਅਸਰ ਹੋਇਆ ਉਹ ਸਭ ਦੇ ਸਾਹਮਣੇ ਆ। ਇਲਜ਼ਾਮ ਵੀ ਲੱਗੇ, ਟਿਕਟਾਂ ਵੇਚਣ ਦੇ ਇਲਜ਼ਾਮ ਵੀ ਲੱਗੇ। ਖੈਰ ਉਹ ਇਲਜ਼ਾਮ ਹੁੰਦੇ ਨੇ, ਮਹਿਜ਼ ਲੱਗਦੇ ਹੀ ਨੇ ਇੱਕ ਦੂਜੇ ਦੇ ਉੱਤੇ। ਜ਼ਮਾਨਤਾਂ ਜ਼ਬਤ ਹੋ ਗਈਆਂ, ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਕੱਲ ਕਹਿੰਦੇ ਸਰਕਾਰ ਸਖਤ ਕਾਨੂੰਨ ਬਣਾਵੇ ਵੀ 10 ਬੂਟੇ ਹਰੇਕ ਬੰਬੀ ਦੇ ਉੱਤੇ ਲਾਉਣੇ ਪੈਣਗੇ ਤੇ ਇਹਦੇ ਵਾਸਤੇ ਕਾਰਡ ਬਣਾਵੇ ਸਰਕਾਰ, ਵੀ ਤੁਸੀਂ ਨਹੀਂ ਆਪਣੇ ਜਥੇਬੰਦੀ ਨੂੰ ਕਹਿ ਸਕਦੇ, ਸਾਰਿਆਂ ਨੂੰ ਤੁਸੀਂ ਨਹੀਂ ਕਹਿ ਸਕਦੇ ਵੀ ਬੂਟੇ ਲਾਓ, ਕਿਉਂਕਿ ਸਰਕਾਰ ਤੋਂ ਕਹਾ ਕੇ ਮੁੜ ਕੇ ਝੰਡੇ ਡੰਡੇ ਚੁੱਕ ਕੇ ਸਰਕਾਰ ਦੇ ਦੁਆਲੇ ਹੋ ਜਾਣਗੇ ਕਿ ਸਰਕਾਰ ਨੇ ਕਿਵੇਂ ਇਹ ਕੰਪਲਸਰੀ ਕਰ ਦਿੱਤਾ ਬੂਟੇ ਲਾਉਣਾ, ਇਹ ਸਰਕਾਰ ਤਾਂ ਧੱਕਾ ਕਰ ਰਹੀ ਹੈ ਕਿਸਾਨਾਂ ਦੇ ਨਾਲ। ਫਿਰ ਇਹਨਾਂ ਨੇ ਉਸ ਪਾਸੇ ਨੂੰ ਤੁਰਨਾ ਸੀ। ਹੁਣ ਡੱਲੇਵਾਲ ਐਂਡ ਗਰੁੱਪ ਜਿਹੜਾ ਉਹ ਤੁਰ ਪਿਆ। ਤੁਸੀਂ ਦੇਖਿਆ ਹੋਣਾ ਜਿਹੜੇ ਲੋਕ ਲਾਈਵ ਹੁੰਦੇ ਸੀਗੇ, ਅੱਧੀ ਰਾਤ ਹੋਇਆ ਤੱਤਾ, ਅੱਧੀ ਰਾਤ ਹੋ ਗਿਆ ਲਾਈਵ, ਇਦਾਂ ਦੀਆਂ ਜਿਹੜੀਆਂ ਉਹ ਟਾਈਟਲ ਦੇ ਦੇ ਕੇ ਉਹ ਕਿੱਥੇ ਗਏ ਸਾਰੇ? ਕੋਈ ਦਿਸਿਆ ਜੀ? ਉਸ ਤੋਂ ਬਾਅਦ ਮੋਰਚੇ ਤੋਂ ਨਹੀਂ ਦਿਸਿਆ। ਇਲੈਕਸ਼ਨਾਂ ਚਲੇ ਗਈਆਂ, ਅੱਗੋਂ ਇਲੈਕਸ਼ਨਾਂ ਆਉਣ ਵਾਲੀਆਂ ਨਹੀਂ। ਜਿਹੜੇ ਲਾਈਵ ਕਰਦੇ ਨੇ ਉਹਦੇ ਤੋਂ ਪੈਸੇ ਵੀ ਬਣਾਉਂਦੇ ਆ ਤੇ ਜਿਹੜੇ ਬਾਹਰ ਬੈਠੇ ਲੋਕ ਨੇ ਉਹ ਭਾਵਕ ਨੇ,
ਉਹ ਝੱਟ ਦੇਣੀ ਪੈਸੇ ਭੇਜਣੇ ਸ਼ੁਰੂ ਕਰ ਦਿੰਦੇ ਆ। ਉਹਨਾਂ ਦੀ ਕਮਾਈ ਦੁਕਾਨਾਂ ਜਿਹੜੀਆਂ ਉਹ ਬੰਦ ਹੋ ਗਈਆਂ। ਫਿਰ ਇਹਨਾਂ ਨੇ ਸੋਚਿਆ ਵੀ ਹੁਣ ਮੋਰਚਾ ਕਿਹੜੀਆਂ ਗੱਲਾਂ ਨੂੰ ਲੈ ਕੇ ਲਾਇਆ ਜਾਵੇ। ਸਰਕਾਰ ਨੇ ਕੁਝ ਐਲਾਨ ਇਦਾਂ ਦੇ ਕਰਤੇ ਕਿ ਇਹਨਾਂ ਦੇ ਮੁੱਦੇ ਖੋਲੇ ਵੀ ਸਿੱਧੀ ਝੋਨੇ ਦੀ ਬਿਜਾਈ ਕਰੋ, ਪਾਣੀ ਮੁੱਕ ਗਿਆ। ਪਹਿਲਾਂ ਤਾਂ ਸਰਕਾਰਾਂ ਸੋਚਦੀਆਂ ਹੀ ਨਹੀਂ ਸੀ ਇਸ ਪਾਸੇ। ਇਸ ਸਰਕਾਰ ਨੇ ਸੋਚ ਲਿਆ ਵੀ ਪਾਣੀ ਬਚਾਉਣ ਦੇ ਵਾਸਤੇ ਚਲੋ ਇੱਕ ਯਤਨ ਕਰਕੇ ਦੇਖੀਏ, ਸਿੱਧੀ ਬਿਜਾਈ ਕਰ ਲਓ, 1500 ਰੁਪਈਆ ਤੁਹਾਨੂੰ ਮੁਆਵਜ਼ਾ ਦਿੱਤਾ ਜਾਊਗਾ। ਮੂੰਗੀ ਲਾ ਲਓ 60 MSP ਉਹਦੇ ਉੱਤੇ ਦਿੱਤੀ ਜਾਊਗੀ। ਇਹ ਜਦੋਂ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਮੁੱਖ ਮੰਤਰੀ ਹੋਰਾਂ ਦੀ, ਸਾਰੀਆਂ ਗੱਲਾਂ ਇਹਨਾਂ ਨੇ ਕਿਸਾਨਾਂ ਦੇ ਨਾਲ ਕੀਤੀਆਂ। ਕਿਸਾਨ ਕਹਿੰਦੇ ਕਿ ਅਸੀਂ ਆਪਣੇ ਕਾਡਰ ਦੇ ਨਾਲ ਗੱਲ ਕਰ ਲਈਏ, ਗੱਲ ਕਰਕੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਉਹ ਕੀ ਕਹਿੰਦੇ ਨੇ ਇਹਨਾਂ ਮੰਗਾਂ ਦੇ ਉੱਤੇ। ਇਹਨਾਂ ਨੇ ਬਾਹਰ ਆ ਕੇ ਮੀਡੀਆ ਨੂੰ ਥੋੜਾ ਬਹੁਤਾ ਜ਼ਰੂਰ ਕਿਹਾ, ਉਦੋਂ ਬਾਅਦ ਇਹ ਚੁੱਪ ਕਰਕੇ ਬੈਠ ਗਏ। ਇਹਨਾਂ ਨੇ ਕੋਈ ਮੁੜ ਕੇ ਅਪਰੋਚ ਸਰਕਾਰ ਤੱਕ ਨਹੀਂ ਕੀਤੀ, ਨਾ ਆਪਣੇ ਕਾਡਰ ਦੇ ਨਾਲ ਗੱਲ ਕੀਤੀ ਵੀ ਸਿੱਧੀ ਝੋਨੇ ਦੀ ਬਿਜਾਈ ਕਰੋਗੇ। ਸਰਕਾਰ ਕਹਿੰਦੀ ਆ 1500 ਰੁਪਈਆ ਤੁਹਾਨੂੰ ਮੁਆਵਜ਼ਾ ਦੇਵਾਂਗੇ ਪਰ ਕਿੱਲੇ ਦਾ ਜੇ ਕਰੋਗੇ। 60 ਮੂੰਗੀ ਲਾ ਲਓਗੇ ਤੇ ਉਹਦੇ ਨਾਲ ਜ਼ਮੀਨ ਹੋਰ ਉਪਜਾਊ ਹੋਊਗੀ, ਇੱਕ ਫਸਲ ਹੋਰ ਹੋ ਜਾਊਗੀ ਤੇ ਸਰਕਾਰ MSP ਉਹਦੇ ਉੱਤੇ ਦੇਣ ਨੂੰ ਤਿਆਰ ਹੈ, ਉਹ ਸਾਰੇ ਚੁੱਕੂਗੀ। ਇਹ ਗੱਲਾਂ ਕੋਈ ਨਹੀਂ ਇਹਨਾਂ ਨੇ ਬਾਹਰ ਆ ਕੇ ਕੀਤੀਆਂ, ਆਪਣੇ ਕਾਡਰ ਦੇ ਨਾਲ ਚੁੱਪ ਬੈਠੇ ਰਹੇ ਵੀ ਦੇਖਦੇ ਸਰਕਾਰ ਕੀ ਕਰਦੀ। ਸਰਕਾਰ ਨੇ ਆਪਣੇ ਫੈਸਲੇ ਲਾਗੂ ਕਰ ਦਿੱਤੇ। ਲੋਕਾਂ ਨੇ 60 ਮੂੰਗੀ ਬੀਜ ਦਿੱਤੀ। 1 ਲੱਖ ਏਕੜ ਜਿਹੜੀ ਆ ਉਹ ਮੂੰਗੀ ਇਸ ਵਾਰੀ ਉਹਦੀ ਬਿਜਾਈ ਹੋਈ ਹੈ। ਕਿਸਾਨ ਆਪਣੇ ਖੇਤ ਤਿਆਰ ਕਰਨ ਲੱਗੇ ਸਿੱਧੀ ਝੋਨੇ ਦੀ ਬਿਜਾਈ ਲਈ। ਕਿਸਾਨ ਆਗੂਆਂ ਨੂੰ ਲੱਗਿਆ ਵੀ ਅਸੀਂ ਤਾਂ ਇਹਦੇ ਵਿੱਚ ਹੈ ਹੀ ਨਹੀਂ ਕਿਤੇ। ਸਰਕਾਰ ਨੇ ਸਿੱਧਾ ਰਾਬਤਾ ਇੱਕ ਕਿਸਮ ਦੇ ਨਾਲ ਕਿਸਾਨਾਂ ਦੇ ਨਾਲ ਕਰ ਲਿਆ। ਹੁਣ ਜਿਹੜੀਆਂ ਮੰਗਾਂ ਨੂੰ ਲੈ ਕੇ ਇਹ ਕਹਿੰਦੇ ਆ, ਅੱਜ ਗੁਰਦੁਆਰਾ ਅੰਬ ਸਾਹਿਬ ਚਲੇ ਗਏ, ਉੱਥੇ ਜਾ ਕੇ ਇਹ ਕਹਿੰਦੇ ਕੀ ਆ ਕਿ ਜੀ ਜਿਹੜੀ 60 ਮੂੰਗੀ ਆ ਉਦੋਂ ਬਾਅਦ ਜੇ ਬਾਸਮਤੀ ਲਾਵਾਂਗੇ ਤੇ ਸਰਕਾਰ ਪਹਿਲਾਂ ਬਾਸਮਤੀ ਦੀ MSP ਦੇਵੇ। ਜੇ ਸਰਕਾਰ ਨੇ ਨਾ ਚੁੱਕੀ, ਉਦੋਂ ਰੇਟ ਘੱਟ ਦਿੱਤਾ, ਫੇਰ ਕਿਸਾਨ ਕੀ ਕਰੂਗਾ। ਕਹਿੰਦੇ ਕਿ ਜਿਹੜੀ ਜ਼ੋਨ ਵੰਡ ਕਰ ਦਿੱਤੀ ਕਿ ਇਸ ਜ਼ੋਨ ਤੇ ਇੰਨੀ ਨੂੰ ਲਾ ਲਓ, ਇਸ ਜ਼ੋਨ ਵਿੱਚ ਇੰਨੀ ਨੂੰ ਲਾ ਲਓ ਝੋਨਾ, ਉਹਦੇ ਨਾਲ ਉਹ ਕਹਿੰਦੇ ਕਿ ਜਿਹੜੇ 8 ਤੋਂ 10 ਦਿਨ ਜੇ ਝੋਨਾ ਜਿਹੜਾ ਪਛੜ ਜੂਗਾ ਉਹਦੇ ਵਿੱਚ ਨਮੀ ਵੱਧ ਆ ਜੂਗੀ ਤੇ ਸਰਕਾਰ ਨੇ ਜੇ ਉਹ ਝੋਨਾ ਨਾ ਚੁੱਕਿਆ ਫੇਰ ਕਿਸਾਨ ਕੀ ਕਰੂਗਾ। 18 ਨੂੰ ਸਰਕਾਰ ਕਹਿੰਦੀ ਨਾ ਲਾਓ, ਇਹ ਕਹਿੰਦੇ ਅਸੀਂ 10 ਜੂਨ ਨੂੰ ਝੋਨਾ ਲਾਉਣਾ ਵੀ ਪਾਣੀ ਮੁਕਾ ਕੇ ਸਾਹ ਲੈਣਾ। ਵੀ ਤੁਸੀਂ ਕਿਉਂ ਬਚਾਉਣ ਵਾਲੇ ਯਤਨ ਕਰ ਰਹੇ ਹੋ? ਇਹ ਮੰਗ ਰੱਖ ਲਈ। ਕੋਈ ਕਹਿੰਦਾ ਜੀ ਗੰਨੇ ਦਾ ਜਿਹੜਾ ਬਕਾਇਆ ਉਹ ਕਿਉਂ ਨਹੀਂ ਦਿੱਤਾ, ਉਹ ਪਹਿਲਾਂ ਦਿਓ। ਕੋਈ ਕਹਿੰਦਾ ਜੀ ਨਹੀਂ ਨਹੀਂ ਬਾਕੀ ਗੱਲਾਂ ਛੱਡੋ, ਜਿਹੜੇ ਚਿੱਪ ਵਾਲੇ ਬਿਜਲੀ ਦੇ ਮੀਟਰ ਨੇ ਉਹ ਕਿਉਂ ਲਾਏ ਜਾ ਰਹੇ ਆ, ਉਹ ਲਾਹੋ, ਉਹ ਤਾਂ ਅਜੇ ਲੱਗੇ ਨਹੀਂ ਗਏ। ਮੰਗਾਂ ਕਿਹੜੀਆਂ ਨੇ? ਮੰਗ ਸਿਰਫ ਇੱਕੋ ਆ ਇਹਨਾਂ ਦੀ। ਇਹਨਾਂ ਦੇ ਕੁਝ ਆਗੂ ਜਿਹੜੇ ਨੇ ਉਹ ਵਿਰੋਧੀ ਧਿਰਾਂ ਦੇ ਚੁੱਕੇ ਚੁਕਾਏ ਜਾ ਕੇ ਉੱਥੇ ਅੰਬ ਸਾਹਿਬ ਬੈਠਣਾ ਚਾਹੁੰਦੇ ਨੇ, ਪੱਕੇ ਰੂਪ ਦੇ ਵਿੱਚ ਚਲੇ ਗਏ ਨੇ। ਦਾਲ ਫੁਲਕਾ ਉਹਨਾਂ ਦਾ ਚੱਲਦਾ ਰਹੇ ਮੇਨ ਜਿਹੜਾ, ਤੇ ਉਹਨਾਂ ਦੀਆਂ ਕੋਈ ਖਬਰਾਂ ਲੈਣ ਦੇ ਵਾਸਤੇ, ਕੋਈ ਇੰਟਰਵਿਊ ਕਰਨ ਦੇ ਵਾਸਤੇ ਕੁਝ ਵੈਬ ਚੈਨਲ, ਕੁਝ ਦੂਜੇ ਤੀਜੇ ਤੁਰੇ ਰਹਿਣ, ਕਿਉਂਕਿ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਅਸੀਂ ਤਾਂ ਕੈਮਰਿਆਂ ਮੂਹਰੇ ਆਉਣੋਂ ਹਟ ਗਏ। ਇਹ ਵੀ ਸ਼ੌਕ ਬੜਾ ਭੈੜਾ ਹੁੰਦਾ ਨਾ, ਜਿਹੜੇ ਬੰਦੇ ਨੂੰ ਕੈਮਰੇ ਦੇ ਮੂਹਰੇ ਆਉਣ ਦਾ ਭੁੱਸ ਪੈ ਜੇ, ਉਹ ਦੇਖਦਾ ਵੀ ਇਹ ਕਿਤੇ ਹੁਣ ਕੋਈ ਚੱਲ ਹੀ ਨਹੀਂ ਰਿਹਾ, ਵੀ ਅੱਧੀ ਰਾਤ ਨੂੰ ਫਲਾਂ ਹੋ ਗਿਆ ਤੱਤਾ, ਅੱਧੀ ਰਾਤ ਨੂੰ ਉਹ ਮਾਈਕ ਚੁੱਕ ਕੇ ਕਦੀ ਕਿਸੇ ਦੇ ਮੂਹਰੇ ਲੈ ਜਾਂਦੇ ਸੀ, ਕਦੀ ਕਿਸੇ ਦੇ ਮੂਹਰੇ ਲੈ ਜਾਂਦੇ। ਆਪਾਂ ਦੇਖਿਆ ਹੀ ਆ ਜੋ ਤਮਾਸ਼ਾ ਇਹ ਹੁੰਦਾ ਰਿਹਾ। ਉਹ ਹੁਣ ਉਹਨਾਂ ਨੂੰ ਆਗੂ ਬਣਨ ਦਾ ਭੁੱਸ ਜਿਹੜਾ ਉਹ ਪੈ ਗਿਆ। ਤੋ ਉਸੇ ਦੇ ਵਿੱਚੋਂ ਨਿਕਲਿਆ ਹੋਇਆ ਇਹ ਮੋਰਚਾ ਹੈ। ਚੰਗਾ ਹੁੰਦਾ ਜੇ ਇਹ ਕਿਸਾਨ ਆਗੂ ਇਹ ਕਹਿੰਦੇ ਕਿ ਚਲੋ ਆਪਾਂ ਕੋਸ਼ਿਸ਼ ਤਾਂ ਕਰੀਏ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ। ਇਹਨਾਂ ਕਿਸਾਨ ਜਥੇਬੰਦੀਆਂ ਨੇ ਅੱਜ ਤੱਕ ਜਿਹੜੀਆਂ ਇਹਨਾਂ ਦੇ ਆਗੂ ਨੇ, ਜੋ ਗੰਦਾ ਹੋ ਗਿਆ ਸਾਡਾ ਸਾਰੇ ਦਾ ਸਾਰਾ ਪਾਣੀ, ਪੋਲਿਊਟਡ ਹੋ ਗਿਆ, ਉਸ ਮਾਮਲੇ ਦੇ ਉੱਤੇ ਅੱਜ ਤੱਕ ਇਹ ਬੋਲਿਆ ਕੋਈ ਨਹੀਂ, ਕਦੀ ਵੀ ਨਹੀਂ ਬੋਲਿਆ। ਜਿੰਨੇ ਨਾੜ ਨੂੰ ਅੱਗ ਐਦਕੀ ਲਾਈ ਆ ਇੰਨੀ ਕਦੀ ਲੱਗੀ ਆ, ਇਹਨਾਂ ਚੋਂ ਕੋਈ ਨਹੀਂ ਬੋਲਿਆ। ਉੱਥੇ ਬੱਚੇ ਮਾਝੇ ਦੇ ਵਿੱਚ ਉਹ ਤਾਂ ਲੋਕ ਭੱਜ ਆਏ, ਨਹੀਂ ਤਾਂ ਪਤਾ ਨਹੀਂ ਕਿੰਨੇ ਕੁ ਬੱਚਿਆਂ ਦੀ ਉਦਣ ਜਾਨ ਜਾਂਦੀ ਰਹਿੰਦੀ ਨਾੜ ਨੂੰ ਅੱਗ ਲੱਗੀ ਕਰਕੇ, ਜਿਹੜੀ ਸਕੂਲ ਬੱਸ ਨੂੰ ਅੱਗ ਲੱਗ ਗਈ ਸੀ। ਉਹਨਾਂ ਚੋਂ ਕੋਈ ਬੋਲਿਆ ਨਹੀਂ ਬੋਲਿਆ। ਇੱਕ ਬੱਚੀ ਛੋਟੀ ਜੀ ਡੇਰਾ ਬੱਸੀ ਦੇ ਵਿੱਚ ਝੁੱਗੀ ਦੇ ਵਿੱਚ ਸੜ ਕੇ ਉਹਦੀ ਮੌਤ ਹੋ ਗਈ, ਇਹਨਾਂ ਚੋਂ ਕੋਈ ਨਹੀਂ ਬੋਲਿਆ। ਇੱਕ ਅਪੀਲ ਤੱਕ ਇਹਨਾਂ ਨੇ ਕਿਸਾਨਾਂ ਨੂੰ ਨਹੀਂ ਕੀਤੀ ਕਿ ਤੁਸੀਂ ਘੱਟੋ ਘੱਟ ਕਣਕ ਦੇ ਨਾੜ ਨੂੰ ਅੱਗ ਨਾ ਲਾਓ, ਕਿਉਂਕਿ ਇਹਨਾਂ ਨੂੰ ਕਾਡਰ ਖੁਸਣ ਦਾ ਡਰ ਬਣਿਆ ਹੋਇਆ, ਔਰ ਉਸ ਡਰ ਦੇ ਤਹਿਤ ਹੀ ਉਹਦੇ ਵਿੱਚੋਂ ਇਹਨਾਂ ਨੇ ਇਹ ਮੋਰਚਾ ਕੱਢਿਆ। ਔਰ ਜੋ ਭੱਲ ਇਹਨਾਂ ਨੇ ਦਿੱਲੀ ਦੇ ਵਿੱਚ ਮੋਰਚਾ ਲਾ ਕੇ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ ਉੱਤੇ ਖੱਟੀ ਸੀ, ਇਹ ਉਹ ਸਾਰੀ ਦੀ ਸਾਰੀ ਹੁਣ
ਉਹਦੇ ਉੱਤੇ ਮਿੱਟੀ ਪਾਉਣ ਦੇ ਵਾਸਤੇ, ਸੁਆਹ ਖਿਲਾਰਨ ਦੇ ਵਾਸਤੇ ਜਿਹੜਾ ਜੀ ਇਹ ਨਵਾਂ ਮੋਰਚਾ ਲਾਉਣ ਵੱਲ ਨੂੰ ਤੁਰ ਪਏ ਨੇ। ਮੰਗਾਂ ਤੁਸੀਂ ਸੁਣ ਕੇ ਦੇਖਣਾ, ਤੁਸੀਂ ਆਪ ਹੈਰਾਨ ਹੋਵੋਗੇ ਕਿ ਇੰਨੀਆਂ ਟਰਾਲੀਆਂ ਜਾਂ ਇੰਨਾ ਕੁਝ ਲੈ ਕੇ ਜਿੰਨੀਆਂ ਇਹ ਗੱਲਾਂ ਕਰ ਰਹੇ, ਕਿਹੜੀਆਂ ਮੰਗਾਂ ਦੀ ਇਹ ਗੱਲ ਕਰ ਰਹੇ ਆ। ਔਰ ਜਦੋਂ ਸਰਕਾਰ ਨੇ ਇਹਨਾਂ ਨੂੰ ਆਫਰ ਦਿੱਤੀ ਸੀ, ਇਹਨਾਂ ਨੇ ਬਾਹਰ ਆ ਕੇ ਆਪਣੇ ਕਾਡਰ ਦੇ ਨਾਲ ਗੱਲ ਕਰਕੇ ਸਰਕਾਰ ਨੂੰ ਕਿਉਂ ਨਹੀਂ ਦੱਸਿਆ। ਔਰ ਸਰਕਾਰਾਂ ਜਦੋਂ ਵੀ ਚੱਲਦੀਆਂ ਨੇ, ਠੀਕ ਹੈ, ਐਜੀਟੇਸ਼ਨ ਕਰਨਾ ਇਹਨਾਂ ਦਾ ਫੰਡਾਮੈਂਟਲ ਰਾਈਟ ਹੈ, ਉਹ ਕੋਈ ਖੋਹ ਨਹੀਂ ਸਕਦਾ। ਪਰ ਐਜੀਟੇਸ਼ਨ ਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਤੁਸੀਂ ਹਮੇਸ਼ਾ ਇਹੀ ਕਹੋ ਤਿੱਖਾ ਕਰਾਂਗੇ ਜੀ ਸੰਘਰਸ਼, ਕਿਉਂਕਿ ਇਹਨਾਂ ਨੂੰ ਲੱਗਦਾ ਹੋਰ ਕੁਝ ਆਉਂਦਾ ਨਹੀਂ, ਇਹਨਾਂ ਨੂੰ ਇਹੀ ਆਉਂਦਾ ਜਿੰਦਾਬਾਦ ਮੁਰਦਾਬਾਦ। ਉਸ ਪਾਸੇ ਵੱਲ ਨੂੰ ਹੁਣ ਤੁਰ ਪਏ ਨੇ। ਔਰ ਇਹ ਨੁਕਸਾਨ ਕਿਸਾਨ ਆਗੂਆਂ ਦਾ ਨਹੀਂ ਹੋਣਾ, ਕਿਸਾਨਾਂ ਦਾ ਨੁਕਸਾਨ ਇਹ ਕਰਨਗੇ, ਕਿਉਂਕਿ ਅੱਗੋਂ ਲੋਕਾਂ ਨੇ ਸਾਥ ਨਹੀਂ ਦੇਣਾ, ਲੋਕਾਂ ਨੇ ਵਿਸ਼ਵਾਸ ਇਹਨਾਂ ਦੇ ਉੱਤੇ ਕਰਨੋਂ ਹਟ ਜਾਣਾ। ਅੰਨਦਾਤਾ ਜਿਹੜਾ ਉਹ ਅੱਗਦਾਤਾ ਤਾਂ ਬਣਾ ਹੀ ਜਿਹੜਾ ਦਿੱਤਾ ਇਹਨਾਂ ਦੀ ਵਜ੍ਹਾ ਕਰਕੇ, ਅੱਗੋਂ ਪਤਾ ਨਹੀਂ ਕੀ ਕੁਝ ਬਣੂਗਾ। ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਆ। ਬਹੁਤ ਜਲਦ ਹਾਜ਼ਰ ਹੁੰਨੇ ਆ। ਸੱਚੀਆਂ ਤੇ ਖਰੀਆਂ ਪੰਨੂ ਦੀਆਂ ਪ੍ਰੋਗਰਾਮ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਗੱਲ ਕਰਦੇ ਹਾਂ ਇੱਕ ਹੋਰ ਮੁੱਦੇ ਦੀ, ਮਹਿੰਗਾਈ ਦੀ ਗੱਲ ਕਰਦੇ ਹਾਂ। ਪੰਨੂ ਸਾਹਿਬ, ਦੁਨੀਆ ਦੇ ਵਿੱਚ ਮਹਿੰਗਾਈ ਬਹੁਤ ਹੈ। ਅੱਜ ਗੱਲ ਕਰਾਂਗੇ ਸਿਰਫ ਕਣਕ ਦੀ। ਦੁਨੀਆ ਭਰ ਦੇ ਵਿੱਚ ਕਣਕ ਬਹੁਤ ਮਹਿੰਗੀ ਹੋ ਚੁੱਕੀ ਹੈ। ਗਰੀਬ ਦੇ ਜਿਹੜੇ ਸਾਹ ਸੁੱਕ ਚੁੱਕੇ ਨੇ, ਕਿੰਜ ਵੇਖਦੇ ਹੋ? ਦੇਖੋ, ਇਹ ਪਹਿਲਾਂ ਹੀ ਲੱਗ ਰਿਹਾ ਸੀਗਾ ਕਿ ਜਿਹੜੀ ਰਸ਼ੀਆ ਤੇ ਯੂਕਰੇਨ ਦੀ ਜੰਗ ਹੈ ਉਹਦੇ ਵਜ੍ਹਾ ਕਰਕੇ, ਕਿਉਂਕਿ ਬਹੁਤ ਵੱਡੇ ਉਹ ਐਕਸਪੋਰਟਰ ਨੇ ਕਣਕ ਦੇ, ਜੌਆਂ ਦੇ, ਸੂਰਜਮੁਖੀ ਦੇ, 3 ਫਸਲਾਂ ਤਾਂ ਖਾਸ ਤੌਰ ਦੇ ਉੱਤੇ ਜਿਹੜੀਆਂ ਵਿਸ਼ਵ ਭਰ ਦੇ ਵਿੱਚ ਜਾਂਦੀਆਂ ਨੇ, ਉਹਦੇ ਉਹ ਵੱਡੇ ਐਕਸਪੋਰਟਰ ਨੇ। ਜਦੋਂ ਕਣਕ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋਈ ਆ ਤੇ ਉਦੋਂ ਵੀ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਪ੍ਰਾਈਵੇਟ ਪਲੇਅਰ ਨੇ ਉਹ ਘੇਰੇ ਫਿਰਨ ਲੱਗ ਗਏ ਸੀ ਖੇਤਾਂ ਦੇ, ਵੀ ਜੇ ਸਿੱਧੀ ਗੱਲ ਹੋ ਜੇ ਉਹਨਾਂ ਦੀ ਤੇ ਉਹ ਇਸ ਤਰ੍ਹਾਂ ਦਾ ਉਹਨਾਂ ਨੇ ਸੌਦੇ ਮਾਰੇ। ਜਿਹੜੇ ਸਾਈਲੋ ਬਣੇ ਨੇ ਉਹ ਫੁੱਲ ਭਰ ਗਏ ਕਣਕ ਦੇ ਨਾਲ। ਕਦੋਂ ਕੱਢਣਗੇ ਉਹ? ਜਦੋਂ ਪੂਰੇ ਤਰੀਕੇ ਦੇ ਨਾਲ ਐਨ ਸਿਖਰ ਦੇ ਉੱਤੇ ਜਿਹੜੀਆਂ ਉਹ ਚਲੇ ਜਾਣਗੀਆਂ ਕੀਮਤਾਂ। ਭਾਰਤ ਦੀ ਸਰਕਾਰ ਨੇ ਜਿਹੜੇ ਐਕਸਪੋਰਟ ਕਰਨ ਦੇ ਉੱਤੇ ਬੈਨ ਲਾ ਦਿੱਤਾ, ਜਿਹੜੀ ਕਣਕ ਹੈ ਕਿ ਉਹਨੂੰ ਐਕਸਪੋਰਟ ਨਹੀਂ ਕੀਤਾ ਜਾਊਗਾ। ਇਸ ਵਾਰੀ ਕਣਕ ਦੀ ਪੈਦਾਵਾਰ ਦੇ ਵਿੱਚ ਕੁਝ ਫਰਕ ਪਿਆ, ਘੱਟ ਝਾੜ ਹੋਇਆ, ਕਿਉਂਕਿ ਹੀਟ ਛੇਤੀ ਆ ਗਈ। ਉਹਦੇ ਕਰਕੇ ਜਿਹੜਾ ਦਾਣਾ ਜਦੋਂ ਕੱਚਾ ਹੁੰਦਾ, ਦੁੱਧ ਹੁੰਦਾ ਦਾਣੇ ਦੇ ਵਿੱਚ, ਤੇ ਉਹ ਹੌਲੀ ਹੌਲੀ ਪੱਕਦਾ, ਉਹ ਇੱਕਦਮ ਗਰਮੀ ਪੈਣ ਕਰਕੇ ਦੁੱਧ ਜਿਹੜਾ ਸੀ ਉਹ ਬਹੁਤਾ ਸੁੱਕ ਗਿਆ, ਦਾਣਾ ਸੁੱਕ ਗਿਆ ਉਹਦੇ ਨਾਲ। ਔਰ ਇਹਦੇ ਕਰਕੇ ਜਿਹੜੀਆਂ ਆਟੇ ਦੀਆਂ ਕੀਮਤਾਂ ਦੇ ਵਿੱਚ, ਕਣਕ ਦੀਆਂ ਕੀਮਤਾਂ ਦੇ ਵਿੱਚ ਕਾਫੀ ਤੇਜ਼ੀ ਹੋਈ ਆ। ਸਰਕਾਰ ਨੇ ਹੁਣ ਵੱਧਦੀਆਂ ਕੀਮਤਾਂ ਜਿਹੜੀਆਂ ਨੇ ਉਹਨੂੰ ਕਾਬੂ ਕਰਨ ਦੇ ਵਾਸਤੇ ਇਹਦੇ ਐਕਸਪੋਰਟ ਦੇ ਉੱਤੇ ਪਾਬੰਦੀ ਲਾ ਦਿੱਤੀ ਆ। ਰੂਸ ਤੇ ਯੂਕਰੇਨ ਦੇ ਯੁੱਧ ਦੇ ਵਿੱਚੋਂ ਜਿਹੜਾ ਇਹ ਭਾਰਤ ਦੇ ਵੱਲੋਂ ਲਾਇਆ ਗਿਆ ਬੈਨ ਆ, ਉਹਦੇ ਨਾਲ ਬਾਜ਼ਾਰ ਦੇ ਉੱਤੇ ਅਸਰ ਵਿਖਣਾ ਸ਼ੁਰੂ ਹੋ ਗਿਆ। ਇਸ ਸਾਲ ਹੁਣ ਤੱਕ ਕਣਕ ਦੇ ਰੇਟਾਂ ਦੇ ਵਿੱਚ 60% ਤੱਕ ਦਾ ਵਾਧਾ ਹੋ ਗਿਆ ਹੋਇਆ। ਔਰ G7 ਦੇਸ਼ਾਂ ਨੇ ਭਾਰਤ ਦੇ ਇਸ ਸਟੈਪ ਦਾ ਵਿਰੋਧ ਵੀ ਜਿਹੜਾ ਉਹ ਕੀਤਾ। ਔਰ ਵਿਰੋਧ ਇਸ ਕਰਕੇ ਕੀਤਾ ਕਿ ਭਾਰਤ ਨੂੰ ਇਹ ਐਕਸਪੋਰਟ ਦੇ ਉੱਤੇ ਪਾਬੰਦੀ ਨਹੀਂ ਸੀ ਲਾਉਣੀ ਚਾਹੀਦੀ। ਔਰ ਕਿਉਂਕਿ ਜਿਹੜੀਆਂ ਕਣਕ ਤੋਂ ਬਣਨ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਰੇਟ ਇੱਕਦਮ ਵੱਧ ਸਕਦੇ ਆ। ਜਨਵਰੀ 21 ਦੇ ਵਿੱਚ ਭਾਰਤ ਨੇ 622 ਕਰੋੜ ਰੁਪਏ ਦੀ ਕਣਕ ਐਕਸਪੋਰਟ ਕੀਤੀ ਸੀ, ਜਦੋਂ ਕਿ ਜਨਵਰੀ 22 ਦੇ ਵਿੱਚ 23,000 ਕਰੋੜ ਰੁਪਏ ਦੀ ਜਿਹੜੀ ਆ ਉਹ ਕਣਕ ਐਕਸਪੋਰਟ ਕੀਤੀ ਹੈ, ਭਾਵ ਕਿ 201% ਜ਼ਿਆਦਾ ਪਿਛਲੇ ਸਾਲ ਦੇ ਨਾਲੋਂ ਜਿਹੜਾ ਉਹ ਕੀਤੀ ਹੈ। ਭਾਰਤ ਜਿਹੜੇ 10 ਮੁਲਕਾਂ ਨੂੰ ਸਭ ਤੋਂ ਜ਼ਿਆਦਾ ਕਣਕ ਐਕਸਪੋਰਟ ਕਰਦਾ ਹੈ, ਇਹਦੇ ਵਿੱਚ ਬੰਗਲਾਦੇਸ਼ ਹੈ, ਅਫਗਾਨਿਸਤਾਨ ਹੈ, ਨੇਪਾਲ ਹੈ, ਕਤਰ ਹੈ, UAE ਹੈ, ਇੰਡੋਨੇਸ਼ੀਆ ਹੈ, ਸ੍ਰੀਲੰਕਾ ਹੈ, ਓਮਾਨ ਹੈ, ਯਮਨ ਹੈ ਤੇ ਮਲੇਸ਼ੀਆ ਹੈ। ਇਹਨਾਂ 10 ਮੁਲਕਾਂ ਦੇ ਵਿੱਚ ਕਣਕ ਨੂੰ ਐਕਸਪੋਰਟ ਜਿਹੜਾ ਉਹ ਸਭ ਤੋਂ ਜ਼ਿਆਦਾ ਕੀਤਾ ਜਾਂਦਾ ਭਾਰਤ ਦੇ ਵੱਲੋਂ। ਔਰ ਪਿਛਲੇ ਸ਼ੁੱਕਰਵਾਰ ਨੂੰ ਐਕਸਪੋਰਟ ਦੇ ਉੱਤੇ ਬੈਨ ਲੱਗ ਗਿਆ। ਭਾਰਤੀ ਜਿਹੜੀ ਕਣਕ ਹੈ ਉਹ ਹੁਣ ਕਿਸੇ ਮੁਲਕ ਦੇ ਵਿੱਚ ਬਾਹਰ ਨਹੀਂ ਜਾਊਗੀ, ਅਜਿਹਾ ਬੈਨ ਜਿਹੜਾ ਉਹ ਲਾ ਦਿੱਤਾ ਗਿਆ। ਔਰ ਭਾਰਤ ਤੇ ਗੁਆਂਢੀ ਦੇਸ਼ਾਂ ਦੇ ਵਿੱਚ ਫੂਡ ਸਿਕਿਉਰਿਟੀ ਦਾ ਹਵਾਲਾ ਦਿੱਤਾ ਗਿਆ। ਸਰਕਾਰ ਨੇ ਦੇਸ਼ ਦੇ ਵਿੱਚ ਕਣਕ ਤੇ ਆਟੇ ਦੀਆਂ ਵੱਧਦੀਆਂ ਕੀਮਤਾਂ ਨੂੰ ਕਾਬੂ ਕਰਨ ਦੇ ਵਾਸਤੇ ਇਹ ਸਟੈਪ ਚੁੱਕਿਆ। ਔਰ ਇਹ ਕਿਹਾ ਗਿਆ ਕਿ ਸਿਰਫ ਉਹਨਾਂ ਨੂੰ ਹੀ ਜਿਹੜੀ ਐਕਸਪੋਰਟ ਦੀ ਮਨਜ਼ੂਰੀ ਮਿਲੂਗੀ ਜਿਨ੍ਹਾਂ ਦੇ ਕੋਲੇ ਪਹਿਲਾਂ ਲੈਟਰ ਆਫ ਕ੍ਰੈਡਿਟ ਜਾਰੀ ਹੋ ਚੁੱਕਿਆ।
ਉਂਝ ਵੈਸੇ ਇਹ ਕੁਝ ਚੰਦ ਮਿੱਤਰਾਂ ਨੂੰ ਫਾਇਦਾ ਦੇਣ ਦੇ ਵਾਸਤੇ ਵੀ ਜਿਹੜਾ ਉਹ ਕੀਤਾ ਗਿਆ ਦੱਸਿਆ ਜਾ ਰਿਹਾ। ਉਹਨਾਂ ਦੇਸ਼ਾਂ ਨੂੰ ਇਹਦੀ ਸਪਲਾਈ ਕੀਤੀ ਜਾ ਸਕੂਗੀ ਜਿਨ੍ਹਾਂ ਨੇ ਜਿਹੜੀ ਫੂਡ ਸਿਕਿਉਰਿਟੀ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਵਾਸਤੇ ਸਪਲਾਈ ਦੀ ਅਪੀਲ ਕੀਤੀ ਹੈ। ਜਿਹੜੇ ਐਕਸਪਰਟ ਨੇ ਉਹ ਇਹ ਕਹਿੰਦੇ ਆ ਕਿ ਮਹਿੰਗਾਈ ਦੇ ਅੰਕੜਿਆਂ ਨੇ ਸਰਕਾਰ ਨੂੰ ਜਿਹੜੀ ਇਹ ਐਕਸਪੋਰਟ ਕਰਨ ਦੇ ਉੱਤੇ ਬੈਨ ਲਾਉਣ ਦੇ ਵਾਸਤੇ ਮਜਬੂਰ ਕੀਤਾ ਔਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤ ਜਿਹੜੀ ਆ ਉਹ ਵਧਣ ਤੋਂ ਭਾਰਤ ਨੇ ਜਿਹੜੀ ਰੀਟੇਲ ਮਹਿੰਗਾਈ ਹੈ ਉਹਦੀ ਸਾਲਾਨਾ ਦਰ ਅਪ੍ਰੈਲ ਦੇ ਵਿੱਚ 8 ਸਾਲਾਂ ਦੇ ਵਿੱਚ ਸਭ ਤੋਂ ਉੱਪਰ ਜਿਹੜੀ ਆ ਉਹ ਵੇਖੀ ਗਈ ਆ, ਜਿਹਦੇ ਕਰਕੇ ਕਾਮਰਸ ਸੈਕਟਰੀ ਜਿਹੜੀ ਆ ਉਹ ਇਹ ਕਹਿੰਦੇ ਆ ਕਿ ਕਣਕ ਦੀ ਵੱਧ ਰਹੀ ਮੰਗ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਵੀ ਕਮੀ ਜਿਹੜੀ ਉਹਨੂੰ ਵੇਖਦਿਆਂ ਹੋਇਆ ਜਿਹੜੇ ਬਲੈਕਮੇਲਰ ਨੇ ਉਹ ਇਹਨੂੰ ਇਕੱਠੀ ਕਰ ਸਕਦੇ ਆ, ਜਿਹਦੇ ਕਰਕੇ ਇਹਦੇ ਐਕਸਪੋਰਟ ਕਰਨ ਦੇ ਉੱਤੇ ਪਾਬੰਦੀ ਲਾਈ ਗਈ ਆ। ਜਿਹੜੀ ਕਣਕ ਹੈ ਉਹਦੇ ਸਭ ਤੋਂ ਜਿਹੜਾ ਵੱਡਾ ਕਾਰਨ ਮੌਸਮ ਹੈ ਘੱਟ ਹੋਣ ਦਾ ਵਜ੍ਹਾ ਕਰਕੇ ਹੀਟ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ। ਔਰ ਇਹ ਵੀ ਕਿਹਾ ਜਾ ਰਿਹਾ ਐਕਸਪਰਟ ਦਾ ਕਿ ਕੇਂਦਰ ਦੀ ਸਰਕਾਰ ਨੇ ਇਸ ਵਾਰੀ ਕਣਕ ਦੇ ਉਤਪਾਦਨ ਦੇ ਉੱਤੇ 11.13 ਕਰੋੜ ਟਨ ਰਹਿਣ ਦੀ ਉਮੀਦ ਸੀਗੀ, ਪਰ ਬੇਮੌਸਮੀ ਮਾਰ ਦੀ ਵਜ੍ਹਾ ਕਰਕੇ ਇਹ 10 ਕਰੋੜ ਟਨ ਤੋਂ ਘੱਟ ਰਹਿ ਸਕਦਾ। ਸਰਕਾਰੀ ਏਜੰਸੀਆਂ ਨੇ ਕਣਕ ਦੀ ਖਰੀਦ ਇਸ ਸਾਲ ਘਟ ਕੇ 1.8 ਕਰੋੜ ਟਨ ਦੇ ਉੱਤੇ ਜਿਹੜੀ ਉਹ ਆ ਗਈ ਔਰ ਇਹ ਪਿਛਲੇ 15 ਸਾਲਾਂ ਦੇ ਵਿੱਚ ਸਭ ਤੋਂ ਘੱਟ ਹੈ। 21-22 ਦੇ ਵਿੱਚ ਕੁੱਲ 4.33 ਕਰੋੜ ਟਨ ਕਣਕ ਦੀ ਸਰਕਾਰੀ ਖਰੀਦ ਹੋਈ ਸੀਗੀ ਔਰ ਭਾਰਤ ਦੇ ਬਾਜ਼ਾਰਾਂ ਦੇ ਵਿੱਚ ਕਣਕ ਦੀ ਕੀਮਤ 25,000 ਰੁਪਈਆ ਪ੍ਰਤੀ ਟਨ ਹੈ, ਜਦੋਂ ਕਿ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ 20,150 ਰੁਪਏ ਹੈ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਗਰੀਕਲਚਰ ਐਕਸਪਰਟ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਭਾਰਤ ਨੇ ਆਪਣੇ ਲੋਕਲ ਬਾਜ਼ਾਰ ਦੇ ਵਿੱਚ ਇਹਦਾ ਅਸਰ ਵਿਖਣਾ ਸ਼ੁਰੂ ਹੋ ਗਿਆ ਔਰ ਇੰਡੀਅਨ ਮਾਰਕੀਟ ਦੇ ਵਿੱਚ ਕਣਕ ਦੀ ਕੀਮਤ ਦੇ ਵਿੱਚ 10% ਦੀ ਕਮੀ ਆਈ ਹੈ ਜਿੱਦਣ ਇਹਦੇ ਐਕਸਪੋਰਟ ਦੇ ਉੱਤੇ ਪਾਬੰਦੀ ਜਿਹੜੀ ਉਹ ਲਾਈ ਗਈ ਹੈ। ਅਸਲ ਦੇ ਵਿੱਚ ਬੇਸ਼ੱਕ ਇਹਦਾ ਕੁਝ ਅਸਰ ਜਿਹੜਾ ਉਹ ਪਿਆ, ਪਰ ਲੰਮੇ ਸਮੇਂ ਦੇ ਵਾਸਤੇ ਅਸਰ ਨਹੀਂ ਪੈਣਾ, ਕਿਉਂਕਿ ਅਜੇ ਜਦੋਂ ਕਿ ਕਣਕ ਟਾਵੀਂ ਮੰਡੀਆਂ ਦੇ ਵਿੱਚ ਤੁਰੀ ਆਉਂਦੀ ਹੈ, ਜੇ ਉਦੋਂ ਹੀ ਇਹਦੇ ਰੇਟ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹੁਣ ਤੋਂ 6 ਮਹੀਨਿਆਂ ਨੂੰ ਕਿਸ ਤਰੀਕੇ ਦੇ ਹਾਲਾਤ ਬਣਨਗੇ। ਇੱਕ ਤਾਂ ਜਿਹੜੇ ਸਾਈਲੋ ਵਗੈਰਾ ਆ ਗਏ ਇਹਨਾਂ ਨੇ ਇਕੱਠੀ ਕਰ ਲਈ, ਦੂਜਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਵੱਡੇ ਕਿਸਾਨ ਨੇ ਜਿਹੜੇ ਸਹਿੰਦੇ ਨੇ ਉਹਨਾਂ ਨੇ ਮੰਡੀ ਦੇ ਵਿੱਚ ਕਣਕ ਇਸ ਵਾਰੀ ਅੱਧ-ਪਚੱਦੀ ਲਿਆਂਦੀ, ਕੁਝ ਉਹਨਾਂ ਨੇ ਸਟੋਰ ਕਰ ਲਈ। ਸਟੋਰ ਕਰਨ ਦੇ ਪਿੱਛੇ ਉਹਨਾਂ ਦਾ ਵੀ ਪਰਪਸ ਇਹੀ ਰਿਹਾ ਕਿ ਉਹਨਾਂ ਨੂੰ ਵੀ ਲੱਗਦਾ ਕਿ ਕਣਕ ਦੀਆਂ ਕੀਮਤਾਂ ਇਸ ਵਾਰੀ ਵਾਹ ਵਧਣ ਗਈਆਂ ਤੇ ਉਹਦੇ ਕਰਕੇ ਉਹ ਫਿਰ ਮਹਿੰਗੇ ਭਾਅ ਦੇ ਉੱਤੇ ਵੇਚਣਾ ਚਾਹੁੰਦੇ ਨੇ। ਜਦੋਂ ਇਸ ਵੇਲੇ ਕਣਕ ਦੀ ਡਿਮਾਂਡ ਬਾਹਰਲੇ ਮੁਲਕਾਂ ਦੇ ਵਿੱਚ ਵੀ ਇੰਨੀ ਜ਼ਿਆਦਾ ਹੋ ਰਹੀ ਹੈ ਤਾਂ ਇਹ ਇੱਕ ਜਿਹੜੀ ਤੁਸੀਂ ਕਹ ਲਓ ਕਿ ਮੁਸੀਬਤ ਦੇ ਵਿੱਚੋਂ ਇਹਦਾ ਰਾਹ ਵੀ ਲੱਭਿਆ ਜਾ ਸਕਦਾ ਹੈ ਕਿ ਸਰਕਾਰ ਉਹਨਾਂ ਮੁਲਕਾਂ ਦੇ ਨਾਲ ਜੇ ਸਾਈਨ ਕਰੇ ਤਾਂ ਇਸ ਤਰੀਕੇ ਦੇ ਸਾਈਨ ਕਰੇ ਕਿ ਅੱਗੋਂ ਵੀ ਉਹ ਭਾਰਤ ਤੋਂ ਖਰੀਦਣਗੇ। ਜੇ ਅਜਿਹਾ ਹੁੰਦਾ ਤਾਂ ਇਹ ਰੁੜਦੀ ਫਸਲ ਜਿਹੜੀ ਹੈ ਕਿਸਾਨ ਦੀ ਉਹਦਾ ਇੱਕ ਰਾਹ ਖੁੱਲ ਸਕਦਾ ਬਹੁਤ ਸਾਰਾ। ਔਰ ਖਾਸ ਤੌਰ ਦੇ ਉੱਤੇ ਜਦੋਂ ਆਪਾਂ ਇੱਧਰ ਸੈਂਟਰਲ ਏਸ਼ੀਆ ਦੇ ਉੱਤੇ ਦੇਖਦੇ ਹਾਂ ਕਿ ਇਹ ਜਿਹੜਾ ਰੂਟ ਹੈ ਇਹਦੇ ਉੱਤੇ ਬਿਜ਼ਨਸ ਦਾ ਜਦੋਂ ਸੋਚਿਆ ਜਾ ਰਿਹਾ, ਚਾਈਨਾ ਵੀ ਉਹਦੇ ਵਾਸਤੇ ਜੀ ਤੋੜ ਕੋਸ਼ਿਸ਼ ਕਰ ਰਿਹਾ, ਭਾਰਤ ਉਨੀਆਂ ਅਜੇ ਕੋਸ਼ਿਸ਼ਾਂ ਨਹੀਂ ਕਰ ਰਿਹਾ। ਭਾਰਤ ਦੇ ਕੋਲੇ ਆਪਸ਼ਨ ਜ਼ਿਆਦਾ ਨੇ ਪਰ ਇੱਥੇ ਉਸ ਤਰੀਕੇ ਦਾ ਸੋਚਿਆ ਨਹੀਂ ਜਾ ਰਿਹਾ। ਜਿਹੜਾ ਖਾਸ ਤੌਰ ਦੇ ਉੱਤੇ ਜੇ ਪਾਕਿਸਤਾਨ ਦੇ ਨਾਲ ਵਪਾਰ ਖੁੱਲ੍ਹਦਾ, ਪਾਕਿਸਤਾਨ ਤੋਂ ਥਰੂ ਹੁੰਦਾ ਹੋਇਆ ਅਫਗਾਨਿਸਤਾਨ ਦੇ ਜਾ ਕੇ UAE ਤੱਕ ਵਪਾਰ ਚੱਲੇ ਜਾਂਦਾ ਤੇ ਇਹ ਇੱਕ ਬਹੁਤ ਵੱਡਾ ਰੂਟ ਬਣ ਸਕਦਾ ਜਿਹੜਾ ਕਿ ਕਿਸਾਨ ਨੂੰ ਬਹੁਤ ਵੱਡਾ ਫਾਇਦਾ ਦੇ ਸਕਦਾ ਹੈ। ਪਤਾ ਨਹੀਂ ਕਿਉਂ ਇਸ ਪਾਸੇ ਵੱਲ ਬਹੁਤਾ ਸੋਚਿਆ ਨਹੀਂ ਜਾ ਰਿਹਾ। ਹਾਲਾਂਕਿ ਮੇਰਾ ਇਹ ਮੰਨਣਾ ਕਿ ਜਿੰਨੇ ਹਾਈਵੇ ਨਵੇਂ ਆ ਰਹੇ ਨੇ, ਚਾਹੇ ਉਹ ਜਾਮਨਗਰ ਅੰਮ੍ਰਿਤਸਰ ਹਾਈਵੇ ਆ, ਚਾਹੇ ਉਹ ਕਟੜਾ ਦਿੱਲੀ ਹਾਈਵੇ ਆ, ਜਿੰਨੇ ਵੀ ਨਵੇਂ ਆ ਰਹੇ ਹਾਈਵੇ ਨੇ, ਇੱਥੋਂ ਇੱਕ ਚੰਡੀਗੜ੍ਹ ਤੋਂ ਜੈਪੁਰ ਨੂੰ ਲਗਭਗ ਬਣ ਗਿਆ, ਇਹ ਜਿੰਨੇ ਹਾਈਵੇਜ਼ ਨੇ ਇਹਨਾਂ ਦਾ ਮੇਨ ਪਰਪਸ ਜਿਹੜਾ ਉਹ ਇਸ ਸੈਂਟਰਲ ਏਸ਼ੀਆ ਦੇ ਬਾਜ਼ਾਰ ਵਾਲੇ ਪਾਸੇ ਨੂੰ ਵਧਣ ਵਾਲਾ ਹੈ। ਜੇ ਆਪਾਂ ਉਸ ਤਰੀਕੇ ਦੇ ਨਾਲ ਲਈਏ ਤਾਂ ਇਹਦਾ ਫਾਇਦਾ ਕਿਸਾਨਾਂ ਨੂੰ ਹੋ ਸਕਦਾ, ਪਰ ਪੰਜਾਬ ਦੇ ਕਿਸਾਨ ਨੂੰ ਕਿੰਨਾ ਫਾਇਦਾ ਹੋਊਗਾ ਜੇ ਆਪਾਂ ਉਹਦੇ ਉੱਤੇ ਗੱਲ ਕਰੀਏ ਤੇ ਉਹ ਲੱਗਦਾ ਕਿ ਬਹੁਤ ਜ਼ਿਆਦਾ ਨਹੀਂ। ਉਹਦਾ ਕਾਰਨ ਜਿਹੜਾ ਹੈ ਉਹ ਇਹ ਆ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਦੋ ਚੀਜ਼ਾਂ ਦੇ ਉੱਤੇ ਅਟਕ ਗਿਆ। ਉਹ ਝੋਨੇ ਤੇ ਕਣਕ ਦੇ ਉੱਤੇ ਵੱਝ ਕੇ ਰਹਿ ਗਿਆ, ਉਦੋਂ ਬਾਅਦ ਉਹ ਬਾਹਰ ਨਹੀਂ ਨਿਕਲਣਾ ਚਾਹੁੰਦਾ।
ਐਤਕੀ ਜਿਹੜਾ ਨਵਾਂ ਤਜਰਬਾ ਹੋਇਆ ਮੂੰਗੀ ਵਾਲਾ, ਉਹ ਸਮਾਂ ਹੁਣ ਦੱਸੂਗਾ ਕਿ ਕੀ ਉਹ ਕਿਸਾਨੀ ਨੂੰ ਠੰਮਣਾ ਦਿੰਦਾ ਕੋਈ। ਮੂੰਗੀ ਲੱਗੀ ਤਾਂ ਬਹੁਤ ਵੱਡੇ ਮਾਤਰਾ ਦੇ ਵਿੱਚ ਹੈ, ਪਰ ਕਿਉਂਕਿ ਜਿਹੜੀਆਂ ਜ਼ਮੀਨਾਂ ਨੇ ਨਾ ਜੀ ਉਹ ਲੱਗ ਗਈਆਂ ਪੈਸਟੀਸਾਈਡ ਦੇ ਉੱਤੇ। ਕਿਹਾ ਜਾ ਰਿਹਾ ਕਿ ਸੁੰਡੀ ਦਾ ਹਮਲਾ ਵੀ ਕੁਝ ਥਾਵਾਂ ਦੇ ਉੱਤੇ ਹੋ ਰਿਹਾ। ਐਕਸਪਰਟ ਇਹ ਕਹਿੰਦੇ ਆ ਕਿ ਉਹਦੇ ਲਈ ਵਰੀਡ ਕਰਨ ਦੀ ਜ਼ਰੂਰਤ ਨਹੀਂ ਆ, ਧੁੱਪ ਦੇ ਨਾਲ ਹੀ, ਗਰਮੀ ਦੇ ਨਾਲ ਹੀ ਇਹ ਸੁੰਡੀ ਜਿਹੜੀ ਉਹ ਖਤਮ ਹੋ ਜਾਣੀ ਆ। ਲੈਟਸ ਸੀ ਮੂੰਗੀ ਕਿੱਧਰ ਨੂੰ ਜਾਂਦੀ ਆ, ਔਰ ਇਹਦੇ ਉੱਤੇ ਡਿਪੈਂਡ ਕਰੂਗਾ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਕਿੰਨਾ ਉਹ ਬਚਦਾ। ਜੇ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਵੀ ਜਿਹੜੇ ਪਾਣੀ ਖਤਮ ਕਰਨ ਦੇ ਵਾਸਤੇ ਮੋਰਚੇ ਲਾਉਣ ਲੱਗੇ, ਉੱਥੋਂ ਕੀ ਐਕਸਪੈਕਟ ਜਿਹੜਾ ਉਹ ਕੀਤਾ ਜਾ ਸਕਦਾ। ਜੀ, ਪ੍ਰੋਗਰਾਮ ਨੂੰ ਇੱਥੇ ਸਮੇਟਣ ਦਾ, ਦਰਸ਼ਕਾਂ ਤੋਂ ਵਿਦਾ ਲੈਣ ਦਾ ਵੇਲਾ ਹੋ ਗਿਆ। ਪੰਨੂ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੁੱਦਿਆਂ ਦੀ ਸਾਡੇ ਨਾਲ ਸਾਂਝ ਪਾਈ ਹੈ। ਬਹੁਤ ਮਿਹਰਬਾਨੀ, ਧੰਨਵਾਦ ਜੀ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡੇ ਪ੍ਰੋਗਰਾਮ ਦੇ ਅੱਜ ਦਾ ਐਪੀਸੋਡ ਚੰਗਾ ਲੱਗਿਆ ਹੋਵੇਗਾ। ਕੱਲ੍ਹ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ। ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ ਹੈ ਜੀ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।